ਜਿਹੜਾ ਸਿਮਰਜੀਤ ਸਿੰਘ ਬੈਂਸ ਦਾ ਕੇਸ ਆ ਜਿਹਦੇ ਵਿੱਚ ਰੇਪ ਕੇਸ ਰਜਿਸਟਰ ਹੋਇਆ ਉਹਦੇ ਬਾਰੇ ਅਸੀਂ ਮੈਮੋਰੰਡਮ ਦੇਣਾ। ਸਾਨੂੰ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਹਾਨੂੰ ਲੇਟ ਈਵਨਿੰਗ ਤੱਕ ਟਾਈਮ ਦੇ ਦਿੱਤਾ ਜਾਊਗਾ, ਪਰ ਅਫਸੋਸ ਇਹ ਗੱਲ ਹੈ ਕਿ ਟਾਈਮ ਨਹੀਂ ਦਿੱਤਾ। ਇੱਕ ਗੱਲ ਨੇ ਜ਼ਾਹਰ ਕਰਤਾ ਕਿ ਮੁਲਜ਼ਮ ਨੂੰ ਕਾਂਗਰਸ ਸਰਕਾਰ ਦੀ ਲੋੜ ਤੋਂ ਵੱਧ ਕੋਸ਼ਿਸ਼ ਬਚਾਉਣ ਦੀ ਹੈ। ਕਾਂਗਰਸ ਲੈਜਿਸਲੇਚਰ ਪਾਰਟੀ ਦਾ ਸਾਬਕਾ ਲੀਡਰ ਕਹਿ ਰਿਹਾ ਹੈ ਕਿ ਇਹ ਕਾਨੂੰਨ ਸਹੀ ਨੇ। ਕਾਂਗਰਸ ਦਾ ਮੌਜੂਦਾ ਲੈਜਿਸਲੇਚਰ ਪਾਰਟੀ ਦਾ ਲੀਡਰ ਕਹਿ ਰਿਹਾ ਇਹ ਗਲਤ ਨੇ। ਜੇ ਪਾਰਟੀ ਦਾ ਵਿਊ ਇੱਕੋ ਨਹੀਂ ਤੇ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਪਾਰਟੀ ਦੇ ਵਿਰੋਧ 'ਚ ਹੈ ਤਾਂ ਪਾਰਟੀ ਨੇ 24 ਘੰਟਿਆਂ ਵਿੱਚ ਉਹਦੇ ਐਕਸ਼ਨ ਕੀ ਲਿਆ ਉਸ ਬਿਆਨ ਦੇਣ ਦਾ। ਜੇ ਇੱਕ ਮੰਤਰੀ ਦੇ ਨੌਲੇਜ ਵਿੱਚ ਇਹ ਗੱਲ ਕਿ ਸਰਕਾਰ ਵਿੱਚ ਕਰਪਸ਼ਨ ਰੈਂਪਟ ਸੀ, ਜਿਹੜੀ ਉਹ ਸਰਕਾਰ ਦਾ ਹਿੱਸਾ ਸੀ, ਤੇ ਸੁਖਜਿੰਦਰ ਸਿੰਘ ਰੰਧਾਵਾ ਆਪਣੀ ਜ਼ੁਬਾਨ ਕਿਉਂ ਨਹੀਂ ਖੋਲ੍ਹਦੇ ਕਿ ਪੈਸੇ ਲੈਂਦਾ ਕੌਣ ਸੀ, ਬਦਲੀਆਂ ਦੇ ਆਰਡਰ ਕਰਦਾ ਕੌਣ ਸੀ, ਤੇ ਕਿਹੜੇ-ਕਿਹੜੇ ਅਫਸਰਾਂ ਦੀਆਂ ਬਦਲੀਆਂ ਪੰਜਾਬ 'ਚ ਪੈਸੇ ਲੈਣ ਤੋਂ ਬਾਅਦ ਹੋਈਆਂ ਗਈਆਂ। ਕੀ ਹੁਣ ਸੁਖਜਿੰਦਰ ਸਿੰਘ ਰੰਧਾਵਾ ਨੂੰ ISS ਤੋਂ ਦਬਕਾ ਆ ਗਿਆ ਜਿਹਦੇ ਕਰਕੇ ਚੁੱਪ ਕਰਕੇ? ਜੇ ਉਹ ਕਹਿਣ ਕਿ ਮੈਨੂੰ ਪਤਾ ਨਹੀਂ ਸੀ ਉਦੋਂ, ਫਿਰ ਇਤੋਂ ਇਨਐਫੀਸ਼ੀਐਂਟ ਤੇ ਇਨਕੰਪੀਟੈਂਟ ਮਿਨਿਸਟਰ ਕੋਈ ਨਹੀਂ ਹੋ ਸਕਦਾ। ਜੇ ਪਤਾ ਸੀ ਤੇ ਫਿਰ ਉਹਦੇ ਕਾਰਵਾਈ ਕਿਉਂ ਨਹੀਂ ਕਰਦੇ? ਇਹ ਮਮਤਾ ਤੇ ਭਾਰਤ ਭੂਸ਼ਣ ਆਸ਼ੂ ਇਹ ਲੁਧਿਆਣੇ ਦਾ ਪੱਠਾ ਬਿਠਾਉਣ ਦੇ ਜ਼ਿੰਮੇਵਾਰ ਨੇ। ਅੱਜ ਦੀਪਨਗਰ ਵਿੱਚ ਸੜਕ ਬੈਠੀ 10 ਫੁੱਟ ਸੜਕ ਡੂੰਘੀ ਗਈ, 2 ਬੱਚੀਆਂ ਵਿੱਚ ਡਿੱਗੀਆਂ, ਲੋਕਾਂ ਨੇ ਬਚਾਈਆਂ। ਲੱਖਾਂ ਰੁਪਏ ਦਾ ਪਬਲਿਕ ਐਕਸਚੈਕਰ ਯੂਜ਼ ਕਰਕੇ ਇਸ਼ਤਿਹਾਰ ਲਾ ਕੇ 5-17 ਹੋਟਲਾਂ ਦੇ ਵਿੱਚ ਮੀਟਿੰਗ ਕਰਕੇ ਇਹ ਕਿਹਾ ਗਿਆ ਕਿ ਇਨਵੈਸਟ ਪੰਜਾਬ ਦੇ ਨਾਮ ਤੇ ਅਸੀਂ ਬਹੁਤ ਵੱਡੇ ਕੰਮ ਕਰਨ ਜਾ ਰਹੇ ਹਾਂ, ਤੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸਰਾਸਰ ਝੂਠ ਬੋਲੇ। GST ਦੇ ਵਿੱਚ ਪੰਜਾਬ ਸਰਕਾਰ ਦਖਲ ਹੀ ਨਹੀਂ ਦੇ ਸਕਦੀ, ਇਹਨਾਂ ਦਾ ਰੋਲ ਹੀ ਨਹੀਂ ਬਣਦਾ। ਕੇਵਲ ਤੇ ਕੇਵਲ ਸੈਂਟਰਲ ਸੇਲ ਟੈਕਸ ਦੇ ਰੂਲਸ ਐਮੈਂਡ ਕਰ ਸਕਦੇ ਹੈ, ਉਹ ਵੀ ਇਸ ਮਕਸਦ ਲਈ ਜਿਹੜੇ ਐਕਟ ਦੇ ਨਾਲ ਮੇਲ ਖਾਂਦੇ ਹੋਣ, ਐਕਟ ਤੇ ਅਲੱਗ ਨਾ ਹੋਣ। 100% ਟੈਕਸ ਰੇਸ ਕਰਕੇ 70% ਟੈਕਸ ਦਾ ਕੰਸੈਸ਼ਨ ਦੇ ਕੇ 50% ਟੈਕਸ 20% ਤੋਂ ਵੱਧ ਲੈ ਕੇ ਕਰਨਗੇ। ਇਹ ਚੋਰ ਮੋਰੀ ਨਾਲ 1.5 ਗੁਣਾ ਟੈਕਸ ਲੈ ਰਹੇ ਹੈ। ਲੋਕ ਭੋਲੇ ਭਾਲੇ ਇਹ ਸਮਝ ਰਹੇ ਹੈ ਕਿ ਸਾਨੂੰ ਸੀ ਫਾਰਮ ਐਗਜ਼ੈਂਪਟ ਹੋ ਗਏ, ਜਿਹੜੇ ਹੋ ਹੀ ਨਹੀਂ ਸਕਦੇ। ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸ਼ਾਰਟ ਨੋਟਿਸ ਤੇ ਸਾਡੇ ਸੱਦੇ ਦੇ ਇੱਥੇ ਆਏ ਹੋ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਅਫਸੋਸ ਹੈ ਸਾਨੂੰ ਇਸ ਗੱਲ ਦਾ ਕਿ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਮੈਂ ਬਹੁਤ ਗਰੀਬ ਘਰ ਦਾ ਪੈਦਾਇਸ਼ ਹਾਂ ਤੇ ਮੈਂ ਬੜਾ ਸਭ ਦਾ ਸਤਿਕਾਰ ਕਰਦਾ ਤੇ ਮੇਰੀ ਹਰ ਵੇਲੇ ਅਵੇਲੇਬਿਲਟੀ ਹੈ, ਜਿਹੜੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਵੇਲੇ ਨਹੀਂ ਸੀ। ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਜੇ ਕੱਲ੍ਹ ਉਹਨਾਂ ਨੇ ਆਉਣਾ ਸੀ, ਪਰਸੋਂ ਸ਼ਾਮ ਮੈਂ ਤੇ ਹਰੀਸ਼ ਰਾਏ ਟਾਂਡਾ ਜੀ ਨੇ ਉਹਨਾਂ ਦੇ ਦਫ਼ਤਰ ਟੈਲੀਫੋਨ ਕੀਤਾ, ਉਹਨਾਂ ਦੇ ਸੈਕਟਰੀਜ਼ ਨੂੰ ਟੈਲੀਫੋਨ ਕੀਤਾ। ਅਸੀਂ ਉਹਨਾਂ ਤੋਂ ਅਪੁਆਇੰਟਮੈਂਟ ਮੰਗੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਸ਼ਨ ਨੇ ਜਿਹੜਾ ਸਿਮਰਜੀਤ ਸਿੰਘ ਬੈਂਸ ਦਾ ਕੇਸ ਆ ਜਿਹਦੇ ਵਿੱਚ ਰੇਪ ਕੇਸ ਰਜਿਸਟਰ ਹੋਇਆ ਉਹਦੇ ਬਾਰੇ ਅਸੀਂ ਮੈਮੋਰੰਡਮ ਦੇਣਾ। ਸਾਨੂੰ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਹਾਨੂੰ ਲੇਟ ਈਵਨਿੰਗ ਤੱਕ ਟਾਈਮ ਦੇ ਦਿੱਤਾ ਜਾਊਗਾ, ਪਰ ਅਫਸੋਸ ਇਹ ਗੱਲ ਹੈ ਕਿ ਟਾਈਮ ਨਹੀਂ ਦਿੱਤਾ। ਇੱਕ ਗੱਲ ਨੇ ਜ਼ਾਹਰ ਕਰਤਾ ਕਿ ਮੁਲਜ਼ਮ ਨੂੰ ਕਾਂਗਰਸ ਸਰਕਾਰ ਦੀ ਲੋੜ ਤੋਂ ਵੱਧ ਕੋਸ਼ਿਸ਼ ਬਚਾਉਣ ਦੀ ਹੈ, ਜਿਹਦੇ ਕਰਕੇ ਉਹਨਾਂ ਨੇ ਇੱਥੇ ਆਉਣਾ ਅਵਾਇਡ ਕੀਤਾ। ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਕੱਲ੍ਹ ਮੁੱਖ ਮੰਤਰੀ ਜੀ ਇੱਥੇ ਆਏ, ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਉੱਥੇ ਸਟੇਟਮੈਂਟ ਦਿੱਤੀ, ਪ੍ਰੈਸ ਕਾਨਫਰੰਸ ਕੀਤੀ। ਕੈਪਟਨ ਅਮਰਿੰਦਰ ਸਿੰਘ ਅੱਜ ਵੀ ਕਾਂਗਰਸ ਲੈਜਿਸਲੇਚਰ ਪਾਰਟੀ ਦੇ ਮੈਂਬਰ ਨੇ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ
ਗਵਰਨਮੈਂਟ ਆਫ ਇੰਡੀਆ ਦਾ ਐਕਸ਼ਨ 50 ਕਿਲੋਮੀਟਰ ਤੱਕ BSF ਨੂੰ ਅਧਿਕਾਰ ਦੇਣ ਦਾ ਜਸਟੀਫਾਈ ਕੀਤਾ। ਚੰਨੀ ਜੀ ਨੇ ਲੁਧਿਆਣੇ ਆ ਕੇ ਕਿਹਾ ਕਿ ਕੈਬਨਿਟ ਉਹਨੂੰ ਰਿਜੈਕਟ ਕਰਦੀ ਹੈ ਤੇ ਇਸ ਮਾਮਲੇ ਲਈ ਸਪੈਸ਼ਲ ਸੈਸ਼ਨ ਬੁਲਾਇਆ ਜਾਊਗਾ। ਹੁਣ ਇਹ ਦੋ ਗੱਲਾਂ ਕਾਉਂਟਰੇਰੀ ਨੇ, ਇੱਕ ਦੂਜੇ ਦੇ ਵਿਰੋਧ 'ਚ ਨੇ। ਕਾਂਗਰਸ ਲੈਜਿਸਲੇਚਰ ਪਾਰਟੀ ਦਾ ਸਾਬਕਾ ਲੀਡਰ ਕਹਿ ਰਿਹਾ ਕਿ ਇਹ ਕਾਨੂੰਨ ਸਹੀ ਨੇ, ਕਾਂਗਰਸ ਦਾ ਮੌਜੂਦਾ ਲੈਜਿਸਲੇਚਰ ਪਾਰਟੀ ਦਾ ਲੀਡਰ ਕਹਿ ਰਿਹਾ ਇਹ ਗਲਤ ਨੇ। ਜੇ ਪਾਰਟੀ ਦਾ ਵਿਊ ਇੱਕੋ ਨਹੀਂ ਤੇ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਪਾਰਟੀ ਦੇ ਵਿਰੋਧ 'ਚ ਹੈ ਤਾਂ ਪਾਰਟੀ ਨੇ 24 ਘੰਟਿਆਂ ਵਿੱਚ ਉਹਤੇ ਐਕਸ਼ਨ ਕੀ ਲਿਆ ਉਸ ਬਿਆਨ ਦੇਣ ਦਾ। ਇਹ ਸਵਾਲ ਹੈ ਸ਼੍ਰੋਮਣੀ ਅਕਾਲੀ ਦਲ ਦਾ, ਕਾਂਗਰਸ ਦੇ ਪ੍ਰਧਾਨ ਸੋਨੀਆ ਨੂੰ, ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਨੂੰ ਤੇ ਚੰਨੀ ਜੀ ਨੂੰ, ਉਹਨਾਂ ਨੂੰ ਜਵਾਬ ਦੇਣਾ ਪਊ ਪੰਜਾਬ ਦੇ ਲੋਕਾਂ ਨੂੰ ਕਿ ਉਹ ਖੜੇ ਕਿੱਥੇ ਆ। ਦੂਸਰੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਸਾਰਾ ਆਪਣਾ ਸਮਾਂ ਰੱਟ ਲਾਈ ਰੱਖੀ ਕਿ ਇਹ ਜਿਹੜੇ ਸੈਂਟਰ ਨੇ ਕਾਨੂੰਨ ਬਣਾਏ ਆ ਇਹਨਾਂ ਵਿੱਚ ਸਾਨੂੰ ਪੁੱਛਿਆ ਨਹੀਂ ਗਿਆ ਬਣਾਉਣ ਵੇਲੇ। ਹੁਣ ਸਿੱਧੂ ਨੇ ਟਵੀਟ ਕਰਕੇ ਸਪਸ਼ਟ ਕਰਤਾ ਕਿ ਇਹ ਕੈਪਟਨ ਸਾਹਿਬ ਨੇ ਬਣਵਾਏ ਨੇ। ਹੁਣ ਉਸ ਤੋਂ ਬਾਅਦ ਗੱਲ ਆ ਗਈ ਕਿ ਕੈਪਟਨ ਸਾਹਿਬ ਨੇ ਸਪੈਸ਼ਲ ਸੈਸ਼ਨ ਬੁਲਾਇਆ ਅਸੈਂਬਲੀ ਦਾ, ਜਿਹਦੇ ਵਿੱਚ ਕਿਹਾ ਕਿ ਜੀ ਅਸੀਂ ਕਾਨੂੰਨ ਰੱਦ ਕਰਤੇ। ਹੁਣ ਚੰਨੀ ਜੀ ਨੇ 8 ਤਰੀਕ ਨੂੰ ਸਪੈਸ਼ਲ ਦੁਬਾਰਾ ਬਣਾ ਲਿਆ ਕਿ ਇਹ ਕਾਨੂੰਨ ਰੱਦ ਕੀਤੇ ਜਾਣਗੇ। ਸੋ ਦੂਸਰਾ ਅਕਾਲੀ ਦਲ ਦਾ ਜਿਹੜਾ ਦੋਸ਼ ਸੀਗਾ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਹਾਊਸ ਵਿੱਚ ਬਿੱਲ ਪਾਸ ਕੀਤਾ ਸੀ ਜਿਹਦੇ ਵਿੱਚ ਕਾਨੂੰਨ ਅਮੈਂਡ ਕੀਤੇ ਸੀ, ਕਾਨੂੰਨ ਰੱਦ ਨਹੀਂ ਕੀਤੇ, ਕਾਨੂੰਨ ਮਨਜ਼ੂਰ ਕਰਕੇ ਉਹਨਾਂ ਦੀ ਤਰਮੀਮਾਂ ਕੀਤੀਆਂ ਸੀ, ਉਹ ਕੱਲ੍ਹ ਦੇ ਚੰਨੀ ਸਾਹਿਬ ਦੀ ਪ੍ਰੈਸ ਕਾਨਫਰੰਸ ਨੇ ਉਹਨਾਂ ਨੂੰ ਐਕਸੈਪਟ ਕਰ ਲਿਆ, ਉਹਨਾਂ ਨੂੰ ਮੰਨ ਲਿਆ ਕਿ ਉਹ ਵਾਕਈ ਹਲੇ ਤੱਕ ਰੱਦ ਨਹੀਂ ਹੋਏ ਤੇ ਉਹਨਾਂ ਨੂੰ ਰੱਦ ਕਰਨ ਲਈ ਸੈਸ਼ਨ ਬੁਲਾ ਲਿਆ। ਕਾਂਗਰਸ ਆਪਣੀ ਸਥਿਤੀ ਇਹਦੇ 'ਤੇ ਸਪਸ਼ਟ ਕਰੇ, ਪੰਜਾਬ ਦੇ ਲੋਕ ਉਹਨਾਂ ਤੋਂ ਪੁੱਛਦੇ ਆ। ਤੀਸਰੀ ਗੱਲ, ਸੁਖਜਿੰਦਰ ਸਿੰਘ ਰੰਧਾਵੇ ਨੇ ਕੁਛ ਦਿਨ ਪਹਿਲਾਂ ਇੱਕ ਗੱਲ ਕਹੀ ਕਿ ਅਰੂਸਾ ਮੈਡਮ ਜਦ ਹਿੰਦੁਸਤਾਨ ਸੀ ਤੇ ਉਦੋਂ ਹੋਮ ਡਿਪਾਰਟਮੈਂਟ ਦੀਆਂ ਬਦਲੀਆਂ ਟੈਚੀ ਕੇਸ ਜਾਣ ਤੋਂ ਬਾਅਦ ਹੁੰਦੀਆਂ ਸੀ। ਅੱਜ ਸ਼੍ਰੋਮਣੀ ਅਕਾਲੀ ਦਲ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਪਸ਼ਟ ਸਵਾਲ ਕਰਦਾ ਹੈ ਕਿ ਤੁਸੀਂ ਮੌਜੂਦਾ ਗ੍ਰਹਿ ਮੰਤਰੀ ਹੋ, ਤੁਸੀਂ ਉਸ ਵੇਲੇ ਵੀ ਇਸ ਸਰਕਾਰ 'ਚ ਮੰਤਰੀ ਸੀ। ਜੇ ਇੱਕ ਮੰਤਰੀ ਦੇ ਨੌਲੇਜ ਵਿੱਚ ਇਹ ਗੱਲ ਕਿ ਸਰਕਾਰ ਵਿੱਚ ਕਰਪਸ਼ਨ ਰੈਂਪਟ ਸੀ ਜਿਹੜੀ ਉਹ ਸਰਕਾਰ ਦਾ ਹਿੱਸਾ ਸੀ ਤੇ ਸੁਖਜਿੰਦਰ ਸਿੰਘ ਰੰਧਾਵਾ ਆਪਣੀ ਜ਼ੁਬਾਨ ਕਿਉਂ ਨਹੀਂ ਖੋਲ੍ਹਦੇ ਕਿ ਪੈਸੇ ਲੈਂਦਾ ਕੌਣ ਸੀ, ਬਦਲੀਆਂ ਦੇ ਆਰਡਰ ਕਰਦਾ ਕੌਣ ਸੀ ਤੇ ਕਿਹੜੇ-ਕਿਹੜੇ ਅਫਸਰਾਂ ਦੀਆਂ ਬਦਲੀਆਂ ਪੰਜਾਬ 'ਚ ਪੈਸੇ ਲੈਣ ਤੋਂ ਬਾਅਦ ਹੋਈਆਂ ਗਈਆਂ। ਜੇ ਸੁਖਜਿੰਦਰ ਸਿੰਘ ਰੰਧਾਵਾ ਇਸ ਗੱਲ ਦਾ ਖੁਲਾਸਾ ਨਹੀਂ ਕਰਨਗੇ ਤਾਂ ਇਹਦਾ ਮਤਲਬ ਉਸ ਕਰਪਸ਼ਨ ਦੇ ਭਾਗੀਦਾਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਵੀ ਹੈ। ਇੱਕ ਤਾਂ ਹੁੰਦਾ ਨਾ ਕਿ ਸੁਣੀ ਹੈ ਗੱਲ, ਉਹ ਕਹਿੰਦੇ ਬਦਲੀਆਂ ਹੁੰਦੀਆਂ ਸੀ। ਤੀਸਰੀ ਗੱਲ ਜਿਹੜੀ ਅਗਲੀ ਗੱਲ ਕਹਿਣੀ ਚਾਹੁੰਦੇ ਆ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸੀਗਾ ਕਿ ISI ਦੇ ਏਜੰਟ ਹੈ ਮੈਡਮ ਅਰੂਸਾ ਤੇ ਮੈਂ ਤਬਦੀਸ਼ ਕਰਕੇ ਕਾਰਵਾਈ ਕਰਾਂਗਾ। ਹੁਣ ਉਹ ਚੁੱਪ ਕਿਉਂ ਨੇ? ਕੀ ਹੁਣ ਸੁਖਜਿੰਦਰ ਸਿੰਘ ਰੰਧਾਵਾ ਨੂੰ ISS ਤੋਂ ਦਬਕਾ ਆ ਗਿਆ ਜਿਹਦੇ ਕਰਕੇ ਚੁੱਪ ਕਰਕੇ? ਜੇ ਉਹ ਕਹਿਣ ਕਿ ਮੈਨੂੰ ਪਤਾ ਨਹੀਂ ਸੀ ਉਦੋਂ, ਫਿਰ ਇਦੋਂ ਇਨਐਫੀਸ਼ੀਐਂਟ ਤੇ ਇਨਕੰਪੀਟੈਂਟ ਮਿਨਿਸਟਰ ਕੋਈ ਨਹੀਂ ਹੋ ਸਕਦਾ। ਜੇ ਪਤਾ ਸੀ ਤੇ ਫਿਰ ਉਹਦੇ ਕਾਰਵਾਈ ਕਿਉਂ ਨਹੀਂ ਕਰਦੇ? ਜਿਹੜੀ ਮੈਂ ਅਗਲੀ ਗੱਲ ਕਹਿਣਾ ਉਸ ਤੋਂ ਬਾਅਦ ਹਰੀਸ਼ ਜੀ ਗੱਲ ਕਰਨਗੇ ਕਿ ਇਹ ਮਮਤਾ ਤੇ ਭਾਰਤ ਭੂਸ਼ਣ ਆਸ਼ੂ ਇਹ ਲੁਧਿਆਣੇ ਦਾ ਪੱਠਾ ਬਿਠਾਉਣ ਦੇ ਜ਼ਿੰਮੇਵਾਰ ਨੇ। ਅੱਜ ਦੀਪਨਗਰ ਵਿੱਚ ਸੜਕ ਬੈਠੀ 10 ਫੁੱਟ ਸੜਕ ਡੂੰਘੀ ਗਈ, 2 ਬੱਚੀਆਂ ਵਿੱਚ ਡਿੱਗੀਆਂ, ਲੋਕਾਂ ਨੇ ਬਚਾਈਆਂ। ਇਹ ਇਕੱਲਾ ਇਕਲੌਤਾ ਇਨਸੀਡੈਂਟ ਨਹੀਂ। ਅੱਜ ਤੋਂ 4 ਦਿਨ ਪਹਿਲਾਂ ਹੈਬੋਵਾਲ ਕਾਰ ਧੱਸੀ 4 ਫੁੱਟ, ਉਸ ਵਿੱਚੋਂ ਆਦਮੀ ਤੇ ਉਹਦੇ ਬੱਚੇ ਲੋਕਾਂ ਨੇ ਮਗਰੋਂ ਡਿੱਗੀ ਖੋਲ੍ਹ ਕੇ ਉਹ ਕੱਢੇ ਉਹਦੇ ਵਿੱਚੋਂ। ਮੈਂ ਇੱਕੋ ਸਵਾਲ ਕਰਦਾ ਕਿ ਇਹ ਸਮਾਰਟ ਸਿਟੀ ਦੇ ਨਾਂ 'ਤੇ ਲੁਧਿਆਣੇ 'ਚ ਠੱਗੀ ਹੋ ਰਹੀ ਹੈ, ਕਰਪਸ਼ਨ ਹੋ ਰਹੀ ਹੈ? ਕੀ ਸਮਾਰਟ ਸਿਟੀ ਦਾ ਮਤਲਬ ਇਹ ਹੈ ਕਿ ਹਰ ਸੜਕ 'ਚ ਟੋਏ ਪੈਣ ਤੇ ਲੋਕ ਉਹਦੇ 'ਚ ਡਿੱਗਣ ਤੇ ਉਹ ਮੌਤ ਦੇ ਮੂੰਹ 'ਚੋਂ ਵਾਪਸ ਮੁੜ ਕੇ ਆਉਣ? ਕਿਉਂਕਿ ਇਹ ਸਵਾਲ ਮਮਤਾ ਤੇ ਆਸ਼ੂ ਨੂੰ ਮੈਂ ਤਾਂ ਪੁੱਛਿਆ, ਇਹ ਠੇਕੇਦਾਰ ਬਣੇ ਹੋਏ ਨੇ ਲੁਧਿਆਣੇ ਦੇ। ਮਮਤਾ ਦੇ ਇਸ਼ਾਰਿਆਂ ਤੇ ਭਾਰਤ ਭੂਸ਼ਣ ਦੇ ਆਸ਼ੂ ਦੇ ਇਸ਼ਾਰਿਆਂ ਤੇ ਕਾਰਪੋਰੇਸ਼ਨ ਚੱਲਦੀ ਹੈ। ਭਾਰਤ ਭੂਸ਼ਣ ਕਹਿੰਦਾ ਪੈਚ ਲਾ ਦਿਓ, ਬਿਨਾਂ ਕਿਸੇ ਮਨਜ਼ੂਰੀ ਦੇ ਪੈਚ ਲੱਗ ਰਹੇ ਨੇ। ਭਾਰਤ ਭੂਸ਼ਣ ਆਸ਼ੂ ਕਹਿੰਦਾ ਸੜਕ ਬਣਾ ਦਿਓ, ਸੜਕ ਬਣ ਰਹੀ ਹੈ। ਮਮਤਾ ਕਹਿ ਰਹੀ ਆ ਨਜਾਇਜ਼ ਬਿਲਡਿੰਗ ਬਣ ਜੇ, ਇਹ ਬਣ ਰਹੀ ਹੈ।
ਮਮਤਾ ਕਹੇ ਇਨਕਰੋਚਮੈਂਟ ਨਹੀਂ ਹਟਾਉਣੀ, ਨਹੀਂ ਹਟ ਰਹੀ। ਮਮਤਾ ਕਹਦੇ ਜਾਇਜ਼ ਬਣੀ ਹੋਈ ਢਾਉਣੀ ਹੈ ਤਾਂ ਉਹ ਢਹਿ ਰਹੀ ਹੈ। ਇਸ ਕਰਕੇ ਇਹਨਾਂ ਨੂੰ ਇਸ ਜ਼ਿੰਮੇਵਾਰੀ ਤੋਂ ਆਪਣੇ ਆਪ ਨੂੰ ਉਹ ਸਕੇਪ ਨਹੀਂ ਕਰ ਸਕਦੇ। ਉਹ ਦੋਸ਼ੀ ਨੇ ਜੋ ਮਿਊਨਸੀਪਲ ਕਾਰਪੋਰੇਸ਼ਨ ਲੁਧਿਆਣਾ ਵਿੱਚ ਅੱਜ ਦੇ ਦਿਹਾੜੀ 'ਚ ਰੈਂਪੈਂਟ ਕਰਪਸ਼ਨ ਹੈ, ਰੈਂਪੈਂਟ ਮੈਂ ਵਰਡ ਯੂਜ਼ ਕਰ ਰਿਹਾ। ਉਹਦੇ ਲਈ ਇਹ ਜ਼ਿੰਮੇਵਾਰ ਨੇ, ਉਹਦੇ ਭਾਗੀਦਾਰ ਨੇ, ਉਹਦੇ ਹਿੱਸੇਦਾਰ ਨੇ। ਲੁਧਿਆਣਾ ਉਹਨਾਂ ਤੋਂ ਇਸ ਗੱਲ ਦਾ ਜਵਾਬ ਮੰਗਦਾ। ਹੁਣ ਹਰੀਸ਼ ਜੀ ਜਿਹੜਾ ਹੈਗਾ ਐਡਵਰਟਾਈਜ਼ਮੈਂਟ ਤੇ ਕਹਿੰਦੀ ਸੀ ਟਵੀਟ, ਹਾਂ ਮੈਂ ਇੱਕ ਗੱਲ ਕਹਿਣੀ ਭੁੱਲ ਗਿਆ ਕਿ ਜਿਸ ਦਿਨ ਬੋਰਡ ਲੱਗੇ ਮੇਰੇ 35-40 ਤਾਂ ਟਵੀਟ ਕਰਦੀ ਹੈ ਮਮਤਾ ਜੀ ਰਾਤ ਨੂੰ ਕਿ ਲੁਧਿਆਣਾ ਪੱਛਮੀ ਸੋਹਣਾ ਲੱਗਣਾ ਚਾਹੀਦਾ, ਲਾ ਦਿਓ, ਮੇਰੇ ਵਾਲੇ ਵੀ ਲਾ ਦਿਓ। ਤੇ ਮਮਤਾ ਜੀ ਕੱਲ 500 ਬੋਰਡ ਲੁਧਿਆਣੇ ਤੁਹਾਡੀ ਫੋਟੋ ਵਾਲਾ ਕਿਹਨੇ ਲਾਤਾ ਜੀ? ਕਿਉਂ ਲੱਗ ਗਿਆ ਜੀ? ਕੀ ਇਹ ਕਾਨੂੰਨ ਉਸੇ ਦਿਨ ਹੀ ਸੀ ਜਿਸ ਦਿਨ ਮੇਰੇ ਬੋਰਡ ਲੱਗੇ ਸੀ? ਇਹ ਇਹਨਾਂ ਦੀ ਵੈਂਡੇਟਾ, ਬੇਈਮਾਨ ਪੋਲੀਟੀਕਲ ਸੋਚ ਤੇ ਇਹਨਾਂ ਦੇ ਇਹ ਜਿਹੜੇ ਰਲੇ ਮਿਲੇ ਕੱਪੜੇ ਚੱਲ ਰਹੇ ਆ ਸਾਰੇ ਦੇਖਾਂਗੇ। ਕੱਲ ਸਾਰੇ ਸ਼ਹਿਰ ਵਿੱਚ ਭਾਰਤ ਭੂਸ਼ਣ ਆਸ਼ੂ ਜਿਹੜੇ ਆਪ ਤਾਂ ਕੈਬਨਿਟ ਤੋਂ ਬਾਅਦ ਭੱਜ ਗਏ, ਉਹਨਾਂ ਦੇ ਵੀ ਨਾਲ ਮਮਤਾ ਦੇ ਵੀ। ਮੈਨੂੰ ਤਾਂ ਪਤਾ ਨਹੀਂ ਲੱਗਦਾ ਕਿ ਇਹ ਫੈਮਿਲੀ ਸ਼ੋਅ ਸੀਗਾ ਕਿ ਮਮਤਾ ਦੀ ਕਿਸ ਕੈਪੈਸਿਟੀ 'ਚ ਸ਼ੋਅ ਲੱਗ ਰਿਹਾ। ਇੱਕ ਕਾਉਂਸਲਰ ਆ 95 ਚੋਂ ਤੇ ਉਹ ਹਰ ਥਾਂ ਪ੍ਰੋਜੈਕਟ ਐ ਕੀਤੀ ਜਾ ਰਹੀ ਹੈ ਐਸ ਸ਼ੀ ਇਜ਼ ਇਫ ਦੀ ਓਨਲੀ ਲੀਡਰ ਆਫ ਕਾਂਗਰਸ ਇਨ ਲੁਧਿਆਣਾ। ਇਹਨਾਂ ਨੂੰ ਜਿਹੜੇ ਆਉਣ ਵਾਲੇ ਦਿਨ ਆ, ਇਹਨਾਂ ਨੂੰ ਮੈਂ ਇੱਕ ਗੱਲ ਬਹੁਤ ਕਲੀਅਰ ਕਰਦਾ, ਇਹ ਅੱਜ ਖਾਣ ਵੇਲੇ ਨਹੀਂ ਪਤਾ ਲੱਗ ਰਿਹਾ ਕਿ ਇਹ ਕੌੜਾ ਕੇ ਖੱਟਾ ਹੈ। ਇਹ ਆਉਣ ਵਾਲੇ ਸਮੇਂ 'ਚ ਜਦ ਇਹਨਾਂ ਨੂੰ ਇਹਦਾ ਹਿਸਾਬ ਕਿਤਾਬ ਦੇਣਾ ਪਊਗਾ। ਇਹ ਦੋਨਾਂ ਨੂੰ, ਹਸਬੈਂਡ ਵਾਈਫ ਨੂੰ ਔਖਾ ਹੋ ਜਾਣਾ ਲੁਧਿਆਣੇ ਨੂੰ ਜਵਾਬ ਦੇਣਾ। ਜੋ ਇਹਨਾਂ ਨੇ ਧਾਂਦਲੀਆਂ ਕੀਤੀਆਂ, ਜੋ ਇਹਨਾਂ ਨੇ ਇੱਥੇ ਬੇਨੀਮੀਆਂ ਕੀਤੀਆਂ, ਜੋ ਇੱਥੇ ਇਹਨਾਂ ਨੇ ਕਰਪਸ਼ਨ ਕੀਤੀ ਤੇ ਕਰਵਾਈ, ਉਹਨਾਂ ਦਾ ਨਹੀਂ। ਦੇਖੋ ਇੱਥੇ ਤੱਕ ਹਾਲ ਹੋਇਆ ਪਿਆ ਭਾਈ ਰਣਧੀਰ ਸਿੰਘ ਨਗਰ ਤੇ ਭਗਤ ਸਿੰਘ ਨਗਰ 'ਚ ਗ੍ਰੀਨ ਬੈਲਟਾਂ ਨੂੰ ਪਲਾਟਸ ਕਨਵਰਟ ਕਰਕੇ ਵੇਚਣ ਲੱਗੇ ਹੋਏ ਨੇ, ਜਿਹੜੇ ਲੀਗਲ ਤੌਰ 'ਤੇ ਕਰ ਹੀ ਨਹੀਂ ਸਕਦੇ, ਕਿਉਂਕਿ ਗ੍ਰੀਨ ਬੈਲਟ ਤਾਂ ਲੋਕਾਂ ਲਈ ਬਰੀਥਿੰਗ ਸਪੇਸ ਰੱਖੇ ਜਾਂਦੇ ਆ। ਤੇ ਮੈਂ ਉਹ ਰਮਨ ਸੁਬਰਾਮਨੀਅਮ ਵੀ ਜਿਹੜੇ ਆਪਣੇ ਆਪ ਨੂੰ ਪਹਿਲਾਂ 5-4 ਸਾਲ ਦੁੱਧ ਧੋਤੇ ਕਹਿੰਦੇ ਹੁੰਦੇ ਸੀ, ਉਹਨਾਂ ਨੂੰ ਵੀ ਕਹੂੰਗਾ ਕਿ ਹਿਸਾਬ ਕਿਤਾਬ ਹਰ ਨੂੰ ਦੇਣਾ ਪੈਣਾ। ਇਹ ਕਿਸੇ ਦੇ ਲੇਖੇ ਜੋਖੇ ਤੋਂ ਕਿਸੇ ਨੇ ਨਹੀਂ ਬਚ ਸਕਣਾ। ਦੁਨੀਆ ਬੜੀ ਬਰੀਕ ਅੱਖ ਨਾਲ ਦੇਖਦੀ ਹੈ ਤੇ ਦੁਨੀਆ ਦੀ ਇਸ ਜਿਹੜੀ ਅੱਖ ਤੋਂ ਆ ਉਹਨਾਂ ਦੇ ਇਹ ਕੰਮ ਬਚ ਨਹੀਂ ਸਕਦੇ। ਹੁਣ ਨੈਕਸਟ ਤੁਹਾਨੂੰ ਹਰੀਸ਼ ਜੀ ਕਰਨਗੇ। ਲੱਖਾਂ ਰੁਪਏ ਦਾ ਪਬਲਿਕ ਐਕਸਚੈਕਰ ਯੂਜ਼ ਕਰਕੇ ਇਸ਼ਤਿਹਾਰ ਲਾ ਕੇ 5-17 ਹੋਟਲਾਂ ਦੇ ਵਿੱਚ ਮੀਟਿੰਗ ਕਰਕੇ ਇਹ ਕਿਹਾ ਗਿਆ ਕਿ ਇਨਵੈਸਟ ਪੰਜਾਬ ਦੇ ਨਾਮ ਤੇ ਅਸੀਂ ਬਹੁਤ ਵੱਡੇ ਕੰਮ ਕਰਨ ਜਾ ਰਹੇ ਹਾਂ। ਤੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸਰਾਸਰ ਝੂਠ ਬੋਲੇ ਹੈ। ਪਹਿਲਾਂ ਤਾਂ ਇਹਨਾਂ ਨੇ ਕਿਹਾ ਵੈਟ ਤੇ GST ਦਾ ਈਜ਼ ਆਫ ਬਿਜ਼ਨਸ ਕਰਾਂਗੇ, ਜਿਹੜੀ ਸੈਲਫ ਡੈਕਲੇਰੇਸ਼ਨ ਐਕਸੈਪਟ ਹੋਊਗੀ। GST ਦੇ ਵਿੱਚ ਪੰਜਾਬ ਸਰਕਾਰ ਦਖਲ ਹੀ ਨਹੀਂ ਦੇ ਸਕਦੀ, ਇਹਨਾਂ ਦਾ ਰੋਲ ਹੀ ਨਹੀਂ ਬਣਦਾ। ਕੇਵਲ ਤੇ ਕੇਵਲ ਸੈਂਟਰਲ ਸੇਲ ਟੈਕਸ ਦੇ ਰੂਲਸ ਐਮੈਂਡ ਕਰ ਸਕਦੇ ਹੈ, ਉਹ ਵੀ ਇਸ ਮਕਸਦ ਲਈ ਜਿਹੜੇ ਐਕਟ ਦੇ ਨਾਲ ਮੇਲ ਖਾਂਦੇ ਹੋਣ, ਐਕਟ ਤੇ ਅਲੱਗ ਨਾ ਹੋਣ। ਇਹ ਕੋਈ ਵੀ ਅਸੈਸਮੈਂਟ C ਫਾਰਮ, H ਫਾਰਮ, ਜਿੰਨੇ ਫਾਰਮਸ ਆ ਉਹਦੇ ਬਿਨਾਂ ਨਹੀਂ ਕਰ ਸਕਦੇ। ਜੇ C ਫਾਰਮ ਆ ਜਾਂਦੇ ਹੈ ਤਾਂ ਸੂਬਾ ਉਹਦੇ ਤੋਂ 20% ਟੈਕਸ ਲੈਂਦਾ ਹੈ। ਲੋਕਾਂ ਦਾ ਮੂਰਖ ਬਣਾ ਕੇ ਇਹ ਕਹਿ ਕੇ ਕਿ C ਫਾਰਮ ਦੇ ਬਿਨਾਂ ਜੇ ਤੁਸੀਂ ਰਿਟਰਨ ਦਿਓਗੇ, ਜਿਹੜੇ ਉਹ ਪੁਰਾਣੇ ਦਿੱਤੇ ਹੋਏ ਰਿਟਰਨ ਹੈ 13-14 ਤੋਂ ਲੈ ਕੇ 16-17 ਵਾਲੇ, ਉਹ ਅਸੀਂ 6% ਟੈਕਸ ਐਤਕੀ ਤੇ 26% ਅਗਲੇ ਸਾਲ। ਇਹ ਗਲਤ ਬਿਆਨੀ ਹੈ। ਦਰਅਸਲ 100% ਟੈਕਸ ਰੇਸ ਕਰਕੇ 70% ਟੈਕਸ ਦਾ ਕੰਸੈਸ਼ਨ ਦੇ ਕੇ 50% ਟੈਕਸ 20% ਤੋਂ ਵੱਧ ਲੈ ਕੇ ਕਰਨਗੇ। ਇਹ ਚੋਰ ਮੋਰੀ ਨਾਲ 1.5 ਗੁਣਾ ਟੈਕਸ ਲੈ ਰਹੇ ਹੈ। ਲੋਕ ਭੋਲੇ ਭਾਲੇ ਸਮਝ ਰਹੇ ਹੈ ਕਿ ਸਾਨੂੰ C ਫਾਰਮ ਐਗਜ਼ਮਟ ਹੋ ਗਏ, ਜਿਹੜੇ ਹੋ ਹੀ ਨਹੀਂ ਸਕਦੇ। ਇਹਨਾਂ ਨੇ ਆਪ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ 15/9/21 ਨੂੰ। ਇਸ ਨੋਟੀਫਿਕੇਸ਼ਨ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ 1 ਕਰੋੜ ਤੋਂ ਘੱਟ ਵਾਲੇ ਵੈਟ ਦੇ ਸੈਲਫ ਅਸੈਸਮੈਂਟ ਹੁੰਦੇ ਸੀ, ਉਹਨੂੰ ਬਦਲ ਕੇ ਕੀਤਾ ਹੈ ਕਿ 50 ਲੱਖ ਤੋਂ ਵੱਧ ਵਾਲਿਆਂ ਦੀ ਅਸੀਂ ਅਸੈਸਮੈਂਟ ਕਰਾਂਗੇ, ਤੇ ਜਿਹੜੇ 50 ਲੱਖ ਤੋਂ ਵੱਧ ਹੈ ਪਰ 13-14 ਚ ਡਿਮਾਂਡ 25,000 ਤੋਂ ਘੱਟ ਸੀ, ਉਹਨਾਂ ਨੂੰ ਅਸੀਂ ਛੱਡ ਦੇਵਾਂਗੇ। ਨਾਲ ਦੀ ਨਾਲ ਜਿਨ੍ਹਾਂ ਦੀ 50 ਲੱਖ ਤੋਂ ਵੀ ਘੱਟ ਹੈ ਪਰ 1 ਲੱਖ ਤੋਂ ਵੱਧ ਡਿਮਾਂਡ ਸੀ 13-14 ਚ, ਉਹਨਾਂ ਦੀ ਵੀ ਅਸੈਸਮੈਂਟ ਕਰਾਂਗੇ। ਇਹ ਜਿਹੜੇ ਫਿਗਰਸ ਦੀ ਜਗਲਰੀ ਕਰ ਰਹੇ ਹੈ, ਮਦਾਰੀਪਣਾ ਕਰ ਰਹੇ ਹੈ
ਕਿ ਇੰਨੇ ਦੇ ਅਸੀਂ ਵੈਟ ਦੇ ਫ੍ਰੀ ਕਰਤੇ, ਫ੍ਰੀ ਨਹੀਂ ਕੀਤੇ। ਉਹ ਜਿਹੜੇ ਅੱਗੇ 1 ਕਰੋੜ ਦੇ ਘੱਟ ਵਾਲੇ ਹੁੰਦੇ ਸੀ ਉਹਨਾਂ ਨਾਲੋਂ 1/3 ਰਹਿ ਗਏ ਹੈ। ਇਹ ਤਾਂ ਇਹਨਾਂ ਦਾ ਪਹਿਲਾ ਝੂਠ। ਦੂਜਾ ਝੂਠ ਮੁੱਖ ਮੰਤਰੀ ਜੀ ਦੇ ਮੂੰਹ ਤੋਂ ਨਹੀਂ ਸ਼ੋਭਦਾ ਕਿ ਇੰਡਸਟਰੀਅਲ ਏਰੀਏ ਲਈ ਜਿਹੜਾ ਕਹਿੰਦੇ ਅਸੀਂ ਡਿਵੈਲਪਮੈਂਟ ਲਈ 140-45 ਕਰੋੜ ਦੇ ਦਿੱਤਾ, 1 ਟਕਾ ਸਰਕਾਰ ਨੇ ਨਹੀਂ ਦਿੱਤਾ। ਜਿਹੜਾ ਸੁਬਰਾਮਣੀਅਮ ਸਵਾਮੀ ਜੀ ਨੇ ਤੇ ਭਾਰਤ ਆਸ਼ੂ ਨੇ ਇੰਪਰੂਵਮੈਂਟ ਟਰਸਟ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਵੇਚ ਕੇ ਜਿਹੜੇ ਪੈਸੇ ਇਕੱਠੇ ਕੀਤੇ ਸੀ ਉਹ ਇਲੀਗਲੀ ਡਾਈਵਰਟ ਕੀਤੇ ਜਾ ਰਹੇ ਹਨ, ਜਿਵੇਂ ਗਰੇਵਾਲ ਸਾਹਿਬ ਨੇ ਜ਼ਿਕਰ ਕੀਤਾ। ਕੱਲਾ ਇਹੀ ਨਹੀਂ, ਇਹ ਭਾਰਤ ਭੂਸ਼ਣ ਆਸ਼ੂ ਦੀ ਐਡਾ ਦਬਕਾ ਚੱਲਦਾ ਹੈ ਤੇ ਭਾਬੀ ਸਾਡੀ ਦਾ ਕਿ ਉਹ ਵੀ ਡਾਈਵਰਟ ਕਰਕੇ ਇਹਨਾਂ ਦੇ ਏਰੀਆ 'ਚ ਕਾਰਪੇਟਡ ਰੋਡਸ ਨੂੰ ਰੀਕਾਰਪੇਟ, ਲੱਗੀਆਂ ਹੋਈਆਂ ਟਾਈਲਾਂ ਜਿਹੜੀਆਂ 2-2 ਇੰਚ ਚੌੜੀਆਂ 2.5 ਇੰਚ ਚੌੜੀਆਂ ਉਹ ਪੱਟ ਕੇ ਉਹਦੇ ਨਾਲੋਂ ਪਤਲੀਆਂ, ਇਹ ਮੈਂ ਨਹੀਂ ਦੇਖੀਆਂ, ਤੁਸੀਂ ਦੇਖ ਸਕਦੇ ਹੋ, ਸਭ ਦੇਖ ਸਕਦੇ ਹੈ। ਹੁਣ ਤਾਂ ਜਿਨ੍ਹਾਂ ਦੇ ਘਰਾਂ ਦੇ ਬਾਅਦ ਪੱਟੀਆਂ ਤੇ ਮੁੜ ਕੇ ਲਾ ਰਹੇ ਆ, ਹੁਣ ਉਹਨਾਂ ਨੂੰ ਵੀ ਪਤਾ ਲੱਗ ਗਿਆ। ਸਮਾਰਟ ਸਿਟੀ ਦੇ ਪੈਸੇ ਉਜਾੜੇ ਜਾ ਰਹੇ ਹੈ ਜਿਹੜੇ ਸੁਖਾਰਤ ਨਹੀਂ, ਕਿਉਂਕਿ ਆਲਰੇਡੀ ਡਿਵੈਲਪਡ ਏਰੀਆ ਨੂੰ ਰੀਡਿਵੈਲਪ ਕਰ ਕਰਕੇ ਦਿਖਾਇਆ ਜਾ ਰਿਹਾ ਹੈ। ਇਹਦੇ ਇਲਾਵਾ ਕੇਵਲ ਤੇ ਕੇਵਲ ਇਹ ਕਿਹਾ ਹੈ ਕਿ ਪੰਜਾਬ ਰਾਈਟ ਟੂ ਬਿਜ਼ਨਸ ਐਕਟ ਜਿਹੜਾ 20 ਕੀਤਾ ਹੈ 2020 ਕਿ ਉਹਦੀ ਤਰਤੀਬ ਕਰਕੇ MSME ਦੀ ਐਕਸਪੈਂਸ਼ਨ ਕਰਾਂਗੇ, ਮਤਲਬ ਪੱਲਿਓਂ ਕੁਛ ਨਹੀਂ, ਗੱਲਾਂ ਦਾ ਤੇ ਗੱਪਾਂ ਦਾ ਕੜਾ। ਫਿਰ ਇਹ ਵੀ ਕਿਹਾ ਕਿ ਇਕੋ ਫਰੈਂਡਲੀ ਤੇ ਸੈਲਫ ਡੈਕਲੇਰੇਸ਼ਨ ਇਹਦੀ ਅਪਰੂਵਲ ਦੇਵਾਂਗੇ। ਫਿਰ ਇਹ ਵੀ ਕਿਹਾ ਕਿ ਰੈੱਡ ਟੇਪਿਜ਼ਮ ਕਰਟੇਲ ਕਰਨ ਲਈ ਐਕਟ ਲੈ ਕੇ ਆਵਾਂਗੇ। ਇਹਦੇ ਵਿੱਚ ਤੁਸੀਂ ਐਡਮਿਸ਼ਨ ਕਰਦੇ ਹੋ ਕਿ ਸਰਕਾਰ ਦੇ ਵਿੱਚ ਰੈੱਡ ਟੇਪਿਜ਼ਮ ਰਿਹਾ। ਰੈੱਡ ਟੇਪਿਜ਼ਮ ਦਾ ਭਾਵ ਕਿ ਕਲੈਰੀਕਲ ਸਟਾਫ ਤੱਕ ਫਾਈਲਾਂ ਦੱਬੀਆਂ ਜਾਂਦੀਆਂ ਤੇ ਰਿਸ਼ਵਤ ਲੈ ਕੇ ਕੰਮ ਕੀਤੇ ਜਾਂਦੇ ਹੈ। ਇਹਦਾ ਮਤਲਬ ਤੁਸੀਂ ਰਿਸ਼ਵਤ ਤੇ ਰੋਕਣਾ, ਅੜਿੱਕੇ ਡਾਊ ਕੰਮ ਇਹ ਸਰਕਾਰ 'ਚ ਹੁੰਦੇ ਰਹੇ ਹੈ। ਜੇ ਹੁੰਦੇ ਰਹੇ ਹੈ ਤਾਂ ਤੁਸੀਂ ਆਪਣੀ ਐਡਮਿਨਿਸਟ੍ਰੇਸ਼ਨ ਦੇ ਨਾਲ ਸੁਧਾਰ ਕਿਉਂ ਨਹੀਂ ਕਰ ਸਕਦੇ? ਐਕਟ ਬਣਾਉਣ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਅੱਖਾਂ 'ਚ ਕੱਟਾ ਪਾਉਣ ਦੀ ਗੱਲ ਰੱਖਦੇ ਹੋ। ਇਹਦੇ ਇਲਾਵਾ ਜਿਹੜਾ ਸਭ ਤੋਂ ਬੜਾ ਧੋਖਾ ਕੀਤਾ ਇਹਨਾਂ ਨੇ MSME ਦੇ ਨਾਲ, ਇੰਡਸਟਰੀਅਲ ਕਨੈਕਸ਼ਨਸ ਹੈ ਜਿਹੜੇ ਉਹਨਾਂ ਦੇ ਨਾਲ, ਸਾਡੇ ਸਮੇਂ ਮਿਨੀਮਮ ਚਾਰजेस ਆਉਂਦੇ ਸੀ। ਮਿਨੀਮਮ ਚਾਰजेस ਦਾ ਇਹ ਹੁੰਦਾ ਸੀ ਕਿ ਇਸ ਤੋਂ ਘੱਟ ਜੇ ਤੁਸੀਂ ਚਾਰਜ ਕਰੋਗੇ ਤਾਂ ਇੰਨਾ ਬਿੱਲ ਆਣਾ ਹੀ ਆਣਾ ਹੈ। ਹੁਣ ਉਹ ਮਿਨੀਮਮ ਚਾਰजेस ਲੋਕ ਕੀ ਕਰਦੇ ਸੀ, ਕੰਜ਼ੰਪਸ਼ਨ ਦਿਖਾ ਕੇ ਉਹਦੇ 'ਚੋਂ ਅਵੇਡ ਕਰ ਲੈਂਦੇ ਸੀ, ਬਚ ਜਾਂਦੇ ਸੀ, ਇਨਸੀਡੈਂਸ ਨਹੀਂ ਸੀ ਪੈਂਦਾ। ਹੁਣ ਇਹਨਾਂ ਨੇ ਪਰ ਕਿਲੋਵਾਟ ਟੈਕਸ ਲਾ ਦਿੱਤਾ, ਭਾਵ ਕਿ ਮਿਨੀਮਮ ਚਾਰजेस ਐਡਜਸਟ ਨਹੀਂ ਹੋਣਗੇ, ਪਰ ਕਿਲੋਵਾਟ ਤੇ ਟੈਕਸ ਪੈਣਾ ਹੀ ਪੈਣਾ ਹੈ। ਤੇ ਕਿਲੋਵਾਟ ਨੂੰ ਵੀ ਕਨਵਰਟ ਕਰਕੇ ਇਹਨਾਂ ਨੇ ਕਰਤਾ KVPA, ਕਿਲੋਵਾਟ ਪਰ ਐਂਪੀਅਰ। ਪਾ 1000 ਕਿਲੋਵਾਟ ਐਂਪੀਅਰ ਹੈ ਜਿਹੜਾ, ਉਹਦੇ ਅੱਗੇ ਉਹਨੂੰ ਡਿਵਾਈਡ ਕਰਕੇ ਕਿਲੋਵਾਟ ਦੇ ਨਾਲ ਫੈਕਟਰ ਕੱਢਿਆ ਜਾਂਦਾ ਸੀ, ਜਿਹਦੇ 'ਚ 0.88 ਫੈਕਟਰ ਤੱਕ ਆਉਂਦਾ ਸੀ। ਉਹਨੂੰ ਕਹਿੰਦੇ ਸੀ ਲੈਗਰ ਚਾਰजेस, ਜਿਹੜੇ ਇਹਨਾਂ ਨੇ ਪਹਿਲਾਂ 0.90 ਕਰਕੇ ਉਹਨੂੰ ਐਡਜਸਟ ਕਰਤਾ ਸੀ ਕਿ ਬਿੱਲ ਵੱਧ ਨਾ ਪਵੇ, ਪਰ ਹੁਣ ਉਹਨੂੰ ਕਨਵਰਟ ਕਰਕੇ 0.10 ਦਾ ਵੱਧ ਬਿੱਲ 10% ਬਿੱਲ 'ਚ ਵਧੋਤਰੀ ਕੀਤੀ ਹੈ ਚੋਰ ਦਰਵਾਜ਼ੇ ਦੇ ਨਾਲ। ਤੇ ਹੁਣ ਕੱਲ ਕਹਿ ਕੇ ਗਏ ਹੈ ਕਿ ਅਸੀਂ ਜਿਹੜੇ ਫਿਕਸਡ ਚਾਰजेस ਸੀ ਉਹ ਅੱਧ ਮਾਫ ਕਰ ਦਾਂਗੇ। ਉਹ ਅੱਧ ਮਾਫ ਕਰਨ ਨਾਲ ਮਹਿਜ਼ ਪੁਆਇੰਟਾਂ 'ਚ ਫਰਕ ਪੈਣਾ ਹੈ, ਜਦ ਕਿ ਜਿਹੜਾ ਬਿੱਲ 'ਚ ਚੋਰ ਦਰਵਾਜ਼ੇ ਨਾਲ ਵਧਾਏ ਹੋਏ ਚਾਰजेस ਹੈ ਉਹ ਘੱਟ ਨਹੀਂ ਪੈਣੇ। ਇਹ ਸਾਰੀ ਤੇ ਸਾਰੀ ਜਿਹੜੀ ਕੱਲ ਮੁੱਖ ਮੰਤਰੀ ਜੀ ਨੇ ਅਡੰਬਰ ਕਿ ਤੁਹਾਡੇ ਘਰ ਕੈਬਨਿਟ, ਇਹਦੀ ਲੋੜ ਕੀ ਸੀ? ਕੋਠੇ ਵਰਗੀਆਂ ਗੱਡੀਆਂ ਦੀ ਗੱਲ ਕਰਦੇ ਸੀ, ਇਹ ਤਾਂ ਹੁਣ ਮੋਰਿੰਡੇ ਤੋਂ ਏਅਰਪੋਰਟ ਤੇ ਵੀ ਹਵਾਈ ਜਹਾਜ਼ 'ਚ ਤੇ ਉਡਨ ਖਟੋਲੇ 'ਚ ਜਾਂਦੇ ਹੈ। ਚੰਨੀ ਜੀ ਨੂੰ ਦੱਸਣ ਜਿਹੜੀਆਂ ਕੋਠੇ ਵਾਲੀਆਂ ਗੱਡੀਆਂ ਸੀ ਉਹ ਤੁਸੀਂ ਕੈਬਨਿਟ 'ਚ ਉਹਦੇ ਹਿੱਸੇਦਾਰ ਸੀ, ਤੁਹਾਡੇ ਦਸਖਤਾਂ ਨਾਲ ਖਰੀਦੀਆਂ ਗਈਆਂ। ਅੱਜ ਤੁਸੀਂ ਪੂਰੀ ਕੈਬਨਿਟ ਦਾ ਲਾਭ ਲਸ਼ਕਰ ਲੁਧਿਆਣੇ ਲਿਆ ਕੇ ਖਰਚੇ ਵਧਾ ਕੇ ਜਿਹੜਾ ਕੰਮ ਕਰ ਰਹੇ ਹੋ, ਇਹ ਕੰਮ ਨਹੀਂ ਸ਼ੋਭਦਾ ਤੁਹਾਨੂੰ ਅੱਜ ਦੱਸਣਾ ਪੈਣਾ ਕਿ ਤੁਸੀਂ 1 ਮਹੀਨੇ 'ਚ 20 ਦਿਨ ਤਾਂ ਦਿੱਲੀ ਦਰਬਾਰ ਦੇ ਗੇੜਿਆਂ 'ਚ ਲਾਤੇ, ਗੇੜੇ ਹਲੇ ਵੀ ਨਹੀਂ ਮੁੱਕੇ ਤੁਹਾਡੇ ਦਿੱਲੀ ਦਰਬਾਰ ਦੇ। ਇਹ ਜਵਾਬ ਦੇਣਾ ਪੈਣਾ ਕਿ 1 ਮਹੀਨੇ 'ਚ ਤੁਸੀਂ ਕੀ ਕੀਤਾ ਤੇ ਆਉਣ ਵਾਲੇ ਜਿਹੜਾ ਤੁਹਾਡੇ ਕੋਲ ਮਹੀਨਾ ਮੁਸ਼ਕਲ ਨਾਲ ਬਚਿਆ ਉਹਦੇ 'ਚ ਕੀ ਕਰੋਗੇ। ਇਹ ਮੁੱਖ ਮੰਤਰੀ ਜੀ ਨੂੰ ਜਵਾਬ ਦੇਣਾ ਪੈਣਾ ਕਿ ਮੁੱਖ ਮੰਤਰੀ ਜੀ ਜਿਹੜੀ ਤੁਸੀਂ ਪਖੰਡ ਕੀਤਾ ਹੈ, 2 ਕਿਲੋਵਾਟ ਘੱਟ ਦੇ ਜਿਹੜੇ ਤੁਸੀਂ ਕਿਹਾ ਕਿ ਪੁਰਾਣੇ ਏਰੀਅਰਸ ਪਏ ਹੈ, ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਮੂਰਖ ਨਾ ਬਣਿਓ। ਇਹਨਾਂ ਨੇ ਕਿਹਾ 2 ਕਿਲੋਵਾਟ ਘੱਟ ਕਨੈਕਸ਼ਨ ਵਾਲੇ ਜਿਹੜੇ ਲੋਕ ਹੈ
ਜਿਨ੍ਹਾਂ ਦੇ ਪੁਰਾਣੇ ਬਕਾਇਆ ਜਾਤ ਅਕਿਊਟ ਪਏ ਹੈ, ਜਿਨ੍ਹਾਂ ਦੇ ਬਿੱਲ ਕੱਟੇ ਗਏ ਜਾਂ ਕੱਟਣ ਦੇ ਨੋਟਿਸ ਆ, ਅਸੀਂ ਉਹ ਵਾਪਸ ਲਵਾਂਗੇ। ਤੇ ਜੇ ਉਹ ਵਾਪਸ ਲੈਣਾ ਹੈ ਤਾਂ ਪੂਰੇ ਪੰਜਾਬ ਦੇ ਭੋਲੇ ਭਾਲੇ ਬੰਦਿਆਂ ਨੂੰ ਮੂਰਖ ਕਿਉਂ ਬਣਾ ਰਹੇ ਹੋ? ਕਿਉਂ ਉਹਨਾਂ ਦੇ ਗੇੜੇ ਲਵਾ ਰਹੇ ਹੋ? ਕਿਉਂ ਉਹਨਾਂ ਤੇ ਫਾਰਮ ਭਰਾ ਰਹੇ ਹੋ? ਕਿਉਂ ਕੈਂਪ ਲਵਾ ਕੌਂਸਲਰਾਂ ਦੇ ਘਰ 'ਚ ਗੇੜੇ ਲਵਾ ਰਹੇ ਹੋ ਮੋਹਰਾਂ ਲਵਾਉਣ ਦੇ? ਕਿਉਂ ਉਹਨਾਂ ਦੇ ਫਾਰਮ ਭੇਜ ਰਹੇ ਹੋ ਬਿਜਲੀ ਬੋਰਡ ਨੂੰ? ਕਿਉਂ ਬਿਜਲੀ ਬੋਰਡ ਵਾਲੇ ਉਹਨਾਂ ਦੇ ਫਾਰਮ ਐਸਡੀਐਮ ਤੇ ਸਰਕਾਰ ਨੂੰ ਭੇਜ ਰਹੇ ਹੈ? ਇਹ ਮੈਂ ਦੱਸਣਾ ਚਾਹੁੰਦਾ ਲੋਕਾਂ ਨੂੰ ਕਿ ਇਹ ਸਾਰਾ ਤੁਹਾਡਾ ਮੂਰਖ ਬਣਾਇਆ ਜਾ ਰਿਹਾ ਹੈ। ਇਹ ਕੋਈ ਤੁਹਾਡੇ ਮਾਫ ਨਹੀਂ ਹੋਣੇ। ਇਹਨਾਂ ਨੇ ਗੇੜੇ ਕਢਾ ਕੇ ਲਵਾ ਕੇ ਉਹੀ ਫਾਰਮ ਭਰਾ ਰਹੇ ਆ ਜਿਹੜੇ ਨੌਕਰੀਆਂ ਲਈ ਭਰਾਏ ਸੀ। ਯਾਦ ਕਰਾਉਣਾ ਹੈ, ਉਹੀ ਫਾਰਮ ਭਰਾ ਰਹੇ ਆ ਜਿਹੜੇ ਤੁਹਾਡੇ ਸਮਾਰਟਫੋਨ ਲਈ ਭਰਾਏ ਸੀ। ਇਹ ਉਹੀ ਫਾਰਮ ਭਰਾ ਰਹੇ ਆ ਜਿਹੜੇ ਤੁਹਾਡੀਆਂ ਪੈਨਸ਼ਨਾਂ ਲਈ ਭਰਾਏ ਸੀ। ਇਹ ਕੋਈ ਮਾਫ ਨਹੀਂ ਕਰਨਾ। ਜਦ ਤੁਸੀਂ ਵੋਟਾਂ ਤੋਂ ਵਿਹਲੇ ਹੋਣਾ, ਇਹ ਸਾਰੇ ਬਕਾਇਆ ਜਾਤ ਦੇ ਨੋਟਿਸ ਤੁਹਾਨੂੰ ਆ ਜਾਣੇ ਹੈ। ਕਿਉਂਕਿ ਜੇ ਸਰਕਾਰ ਦੀ ਨੀਅਤ 'ਚ ਖੋਟ ਨਹੀਂ ਹੈ ਤਾਂ ਇੱਕ ਐਕਟ ਕਰ ਦਿੰਦੇ, ਲੋਕਾਂ ਦੇ ਅਗਲੇ ਬਿੱਲਾਂ 'ਚੋਂ ਉਹ ਕੱਟ ਕੇ ਆ ਜਾਂਦੇ। ਇੱਕ ਨੋਟੀਫਿਕੇਸ਼ਨ ਕਰ ਦਿੰਦੇ, ਲੋਕਾਂ ਦੇ ਘਰ ਨੋਟਿਸ ਚਲੇ ਜਾਂਦੇ ਕਿ ਤੁਹਾਡੇ ਕਨੈਕਸ਼ਨ ਬਹਾਲ ਹੋ ਰਹੇ ਆ ਤੇ ਬਹਾਲ ਕਰ ਦਿੰਦੇ। ਉਹ ਮਾਫ ਕਰਨ ਲਈ ਫਾਰਮ ਕਿਉਂ ਭਰਾ ਰਹੇ ਹੋ? ਇਹ ਫਾਰਮ ਭਰਾਣਾ ਲੋਕਾਂ ਨੂੰ ਖੱਜਲ ਕਰਨਾ ਤੇ ਲੋਕਾਂ ਨੂੰ ਤੰਗ ਕਰਨਾ ਹੈ। ਇਸੇ ਤਰ੍ਹਾਂ ਇੱਕ ਹੋਰ ਗੱਲ ਕਹਿ ਕੇ ਗਏ ਆ 20 ਏਕੜ ਦੀ, ਉਹ ਵੀ ਇਹਨਾਂ ਦੇ ਕੰਨ 'ਚੋਂ ਮੈਲ ਕੱਢੀ ਹੈ। ਕੁਝ ਬੰਦਿਆਂ ਨੇ ਕੱਲ ਪਰਸੋਂ ਜਿਹੜੇ ਬੁਲਾਏ ਸੀ ਇਹਨਾਂ ਨੇ ਚੰਡੀਗੜ੍ਹ ਆਫਿਸ, ਕਿ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਤੁਸੀਂ ਬਣਾਉਣਾ ਹੈ ਰਾਈਟ ਟ੍ਰੇਨਿੰਗ ਸੈਂਟਰਸ ਐਮਐਸਸੀ ਦੇ ਬਣਾਉਣੇ ਹੈ, ਉਹਦੇ 'ਚ ਤੁਹਾਨੂੰ 300 ਕਰੋੜ ਆ ਸਕਦਾ ਹੈ। ਤੁਸੀਂ 5 ਸਾਲਾਂ 'ਚ 1 ਟਕਾ ਨਹੀਂ ਲਿਆ ਕਿਉਂਕਿ ਤੁਸੀਂ ਜ਼ਮੀਨ ਮੁਹੱਈਆ ਕਰਨੀ ਸੀ 20 ਏਕੜ ਤੋਂ ਉੱਪਰ। ਤੁਸੀਂ ਉਹ ਜ਼ਮੀਨ ਮੁਹੱਈਆ ਨਹੀਂ ਕੀਤੀ। ਕੱਲ ਵੀ ਉਹਦਾ ਅਨਾਉਂਸਮੈਂਟ ਹੀ ਕਰਕੇ ਗਏ ਹੈ। ਕਿਹੜੀ ਜ਼ਮੀਨ ਹੈ? ਕੋਈ ਅਲੋਟਡ ਨਹੀਂ ਹੈ। ਇਹ ਉਸ ਤਰ੍ਹਾਂ ਦੀ ਅਨਾਉਂਸਮੈਂਟ ਹੈ ਜਿਸ ਤਰ੍ਹਾਂ ਕਪੂਰਥਲਾ ਜਾ ਕੇ ਯੂਨੀਵਰਸਿਟੀ ਦੀ ਅਨਾਉਂਸਮੈਂਟ ਕਰਕੇ ਆਏ, ਨਿਉ ਪੱਥਰ ਰੱਖੇ, ਉਹ ਨਿਉ ਪੱਥਰ ਹੀ ਰਹਿ ਜਾਣੇ ਹੈ। ਸਵਾਦ ਦੀ ਗੱਲ ਇਹ ਹੈ ਚੰਨੀ ਜੀ, ਤੁਸੀਂ 1000 ਕਰੋੜ ਕੱਲਾ ਆਪਣੇ ਹਲਕੇ ਚ ਲਾਇਆ। ਤੁਸੀਂ ਬੇਈਮਾਨ ਹੋ। ਤੁਸੀਂ ਪੰਜਾਬ ਦੇ ਅਤੈਸ਼ੀ ਨਹੀਂ, ਤੁਸੀਂ ਆਪਣੇ ਹਲਕੇ ਦੇ ਅਤੈਸ਼ੀ ਹੋ। ਤੁਸੀਂ ਯੂਨੀਵਰਸਿਟੀ ਲਈ 1000 ਕਰੋੜ ਦੇ ਕੇ ਜਾਓ, ਮੈਂ ਮੰਗ ਰੱਖਣਾ ਚਾਹੁੰਦਾ, ਤਾਂ ਅਸੀਂ ਮੰਨਾਂਗੇ ਕਿ ਕਪੂਰਥਲੇ ਵਾਲੀ ਯੂਨੀਵਰਸਿਟੀ ਜਿਹੜੀ ਅੰਬੇਦਕਰ ਸਾਹਿਬ ਦੇ ਨਾਮ ਦੀ ਯੂਨੀਵਰਸਿਟੀ ਤੁਸੀਂ ਬਣਾਉਣ ਦਾ ਐਲਾਨ ਕੀਤਾ ਹੈ, ਅਸੀਂ ਤੁਹਾਡੇ ਧੰਨਵਾਦ ਕਰਾਂਗੇ। ਤੁਸੀਂ ਜਿਹੜਾ ਗੁਰੂ ਰਵਿਦਾਸ ਜੀ ਦੀ ਚੇਅਰ ਅਨਾਉਂਸ ਕੀਤੀ ਹੈ, ਜਿਹੜੇ 10 ਹਾਂਜੀ ਹਾਂ ਜਿਹੜੀ ਯੂਨੀਵਰਸਿਟੀ ਅਨਾਉਂਸ ਕੀਤੀ ਹੈ, ਉਹ ਤੁਸੀਂ 10 ਸਾਲ ਦੀ ਚੇਅਰ ਦੀ ਪੇਮੈਂਟ ਜਮ੍ਹਾਂ ਕਰਾ ਕੇ ਜਾਓ ਤਾਂ ਮੰਨਾਂਗੇ। ਜੇ ਪੈਸੇ ਆਉਣ ਵਾਲੀਆਂ ਸਰਕਾਰਾਂ ਨੇ ਦੇਣਾ ਤਾਂ ਤੁਸੀਂ ਲੋਕਾਂ ਦਾ ਮੂਰਖ ਕਿਉਂ ਬਣਾਉਂਦੇ ਹੋ? ਜਿਸ ਤਰ੍ਹਾਂ ਕੈਪਟਨ ਅਮਰਿੰਦਰ ਜੀ ਨੇ ਗੰਨੇ ਦੇ ਭਾਅ ਦਿੱਤੇ, ਅੱਜ ਤਾਈਂ ਪੈਸੇ ਨਹੀਂ ਮਿਲੇ, ਤੇ ਉਹ ਪੈਸੇ ਜਿਹੜੇ ਵਧਾਏ ਹੈ ਉਹ ਜਿਹੜੀ ਆਉਣ ਵਾਲੀ ਸਰਕਾਰ ਦੇਊਗੀ ਉਹ ਪੈਸੇ ਹੈ, ਅੱਜ ਵਾਲੇ ਨਹੀਂ ਵਧਾਏ। ਇਸੇ ਤਰ੍ਹਾਂ ਐਸਸੀਆਂ ਦੇ ਜਿੰਨੇ ਵਜ਼ੀਫੇ ਹੈ ਉਹਨੂੰ ਰਿਲੀਜ਼ ਕਰੋ, ਉਹਦੀ ਅਨਾਉਂਸਮੈਂਟਾਂ ਨਾਲ ਗੱਲ ਨਹੀਂ ਚੱਲਣੀ। ਇਹ ਸਾਰਾ ਤੁਸੀਂ ਮੂਰਖ ਬਣਾ ਰਹੇ ਹੋ। ਇਹ ਸੌਦਾ ਨਹੀਂ ਚੱਲਣਾ। ਅਸੀਂ ਤੁਹਾਡਾ ਮੁਖੌਟਾ ਲਾ ਕੇ ਤੁਹਾਨੂੰ ਨੰਗੇ ਕਰਦੇ ਰਵਾਂਗੇ, ਲੋਕਾਂ ਨੂੰ ਜਾਗਰੂਕ ਕਰਦੇ ਰਵਾਂਗੇ। ਬਹੁਤ ਬਹੁਤ ਧੰਨਵਾਦ। ਸਰ, ਪੰਜਾਬ ਦਾ ਚੀਫ ਮਿਨਿਸਟਰ ਦਿੱਲੀ ਤੇ ਦਿੱਲੀ ਦਾ ਚੀਫ ਮਿਨਿਸਟਰ ਪੰਜਾਬ ਆ। ਦੇਖੋ, ਪੰਜਾਬ ਦਾ ਮੁੱਖ ਮੰਤਰੀ ਨੂੰ ਤਾਂ ਇਹ ਨਹੀਂ ਪਤਾ ਕਿ ਮੁੱਖ ਮੰਤਰੀ ਉਹ ਹੈ ਕਿ ਗਾਂਧੀ ਪਰਿਵਾਰ ਹੈ। ਇਹ ਦੇਖੋ ਕੱਲ ਕੌਣ ਮਿਲਣ ਗਏ ਹੈ। ਕੈਪਟਨ ਅਮਰਿੰਦਰ ਕਰ ਰਹੇ ਸੀ ਆਪਣੀ ਪ੍ਰੈਸ ਕਾਨਫਰੰਸ, ਤੇ ਜਿਹੜੇ ਬੰਦਿਆਂ ਨੂੰ ਕਰਪਟ ਤੇ ਭ੍ਰਿਸ਼ਟ ਕਹਿ ਕੇ ਤੁਸੀਂ ਮੰਤਰੀ ਪਦ ਤੋਂ ਲਾਏ ਸੀ, ਉਹਨਾਂ ਨੂੰ ਕੌਣ ਮਿਲ ਰਿਹਾ ਸੀ? ਰਾਹੁਲ ਗਾਂਧੀ। ਇਹਦਾ ਮਤਲਬ ਮੁੱਖ ਮੰਤਰੀ ਵੀ ਉਹਨਾਂ ਨੂੰ ਭਰੋਸੇ 'ਚ ਨਹੀਂ ਲੈ ਸਕਦਾ। ਜਿਹੜੇ ਕਾਂਗਰਸ ਦੇ ਲੈਜਿਸਲੇਟਰਸ ਹੈ ਤੇ ਉਹਨਾਂ ਦਾ ਲੈਜਿਸਲੇਚਰ ਦਾ ਲੀਡਰ ਉਹਨਾਂ ਨੂੰ ਭਰੋਸੇ 'ਚ ਨਹੀਂ ਲੈ ਸਕਦਾ, ਉਹਨਾਂ ਨੂੰ ਮਨਾ ਨਹੀਂ ਸਕਦਾ। ਇਸੇ ਤਰ੍ਹਾਂ ਇੱਕ ਬਹੁਤ ਵੱਡੀ ਸਟੇਟਮੈਂਟ ਹੈ ਸਿੱਧੂ ਸਾਹਿਬ ਦੀ, ਜਿਹਦੇ 'ਚ ਉਹਨਾਂ ਨੇ ਸਿੱਧੇ ਤੇ ਸਿੱਧਾ ਇਲਜ਼ਾਮ ਲਾਇਆ ਹੈ ਕਿ ਪੰਜਾਬ ਸੂਬਾ ਫਾਈਨੈਂਸ਼ੀਅਲ ਐਮਰਜੈਂਸੀ 'ਚ ਜਾਣ ਵਾਲਾ ਹੈ, ਉਹਦੇ ਵੱਲ ਧਿਆਨ ਦੇਣ ਦੀ ਲੋੜ ਹੈ। ਇਹ ਮੈਂ ਨਹੀਂ ਕਿਹਾ, ਇਹ ਸਿੱਧੂ ਸਾਹਿਬ ਕਹਿ ਰਹੇ ਹੈ, ਜਿਹੜੇ ਆਪ ਜੀ ਦੇ ਪ੍ਰਧਾਨ ਹੈ, ਜਿਹੜੇ ਪ੍ਰਧਾਨ ਨੇ ਆਂਦੇ ਸਾਰ ਡਾਂਗ ਸੋਟਾ ਚਲਾਇਆ ਹੋਇਆ ਹੈ। ਇਹ ਸਾਨੂੰ ਵੀ ਇਹਦੇ ਤੇ ਬਹੁਤ ਤਕਲੀਫ ਹੈ ਕਿ ਜਿਸ ਢੰਗ ਨਾਲ ਤੁਸੀਂ ਮਿਸਮੈਨੇਜ ਕੀਤੀ ਹੈ ਲਗਾਤਾਰ 4.5 ਸਾਲ, ਤੇ ਹੁਣ ਚੰਨੀ ਜੀ ਉਸ ਤੋਂ ਵੱਧ ਮਿਸਮੈਨੇਜ ਕਰਨ ਲੱਗੇ ਹੈ। ਇਹ ਪੰਜਾਬ ਦਾ ਕਿਤੇ ਇਹ ਉਜਾੜਾ ਨਾ ਕਰ ਦੇਣ ਕਿ ਪੰਜਾਬ ਫਾਈਨੈਂਸ਼ੀਅਲ ਐਮਰਜੈਂਸੀ 'ਚ ਸੱਚੀ ਚਲੇ ਜਾਵੇ, ਜੋ ਸਿੱਧੂ ਸਾਹਿਬ ਨੇ ਕਿਹਾ। ਇਹਦੇ ਇਲਾਵਾ ਕੱਲ ਕੇਜਰੀਵਾਲ ਸਾਹਿਬ ਐਤਕੀ ਮੈਂ ਸੋਚਦਾ ਸੀ ਗਰੰਟੀ ਕਿਹੜੀ ਲਿਆਉਣਗੇ। ਦੇਖੋ
ਕੋਈ ਬੰਦਾ ਟੋਯੋਟਾ ਕਾਰ, ਮਰੂਤੀ ਕਾਰ, ਹੋਂਡਾ ਕਾਰ, ਊਸ਼ਾ ਮਸ਼ੀਨ, ਸਿੰਗਲ ਮਸ਼ੀਨ ਗਰੰਟੀ ਨਹੀਂ ਦੇਖਦਾ। ਗਰੰਟੀ ਉਹ ਦੇਖਦੇ ਆ ਜਿਹੜੇ ਲੋਕਲ ਬ੍ਰਾਂਡ ਆ, ਜਿਹੜੇ ਵਿਕਦੇ ਨਹੀਂ, ਗਰੰਟੀਆਂ ਟੰਗ ਵੇਚਦੇ ਆ। ਇਹ ਨਾ ਵਿਕਣ ਵਾਲਾ ਬ੍ਰਾਂਡ, ਇਹ ਦਿੱਲੀ ਦਾ ਬ੍ਰਾਂਡ ਪੰਜਾਬ 'ਚ ਨਹੀਂ ਚੱਲਣਾ। ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ, ਪੰਜਾਬ ਨੂੰ ਪੰਜਾਬੀਆਂ ਨੂੰ ਰਾਜ ਕਰਨ ਦਿਓ। ਪੰਜਾਬ ਤੇ ਦਿੱਲੀ ਵਾਲਿਆਂ ਦੀ ਕਾਠੀ ਬਿਠਾ ਕੇ ਲਗਾਮ ਦਿੱਲੀ ਵਾਲਿਆਂ ਦੇ ਹੱਥ 'ਚ ਫੜਾਓਗੇ, ਪੰਜਾਬ ਦਾ ਸੁਧਾਰ ਨਹੀਂ ਹੋਣਾ। ਇਹ ਜਿਹੜਾ ਕੇਜਰੀਵਾਲ ਸਾਹਿਬ ਅੱਜ ਦਿੱਲੀ ਤੋਂ ਲੁਧਿਆਣੇ ਫਿਰ ਰਹੇ ਹੈ ਤੇ ਲੁਧਿਆਣੇ ਵਾਲੇ ਦਿੱਲੀ ਫਿਰ ਰਹੇ ਹੈ, ਇਹ ਗੱਲ ਨਹੀਂ ਬਣਨੀ। ਤੇ ਨਾਲ ਦੀ ਨਾਲ ਪ੍ਰੋਪਰਟੀ ਡੀਲਰ ਵੀਰਾਂ ਨੂੰ ਕਹਿਣਾ ਚਾਹੁੰਦਾ, ਕਲੋਨਾਈਜ਼ਰਸ ਨੂੰ, ਕੱਲ੍ਹ ਤੁਹਾਡਾ ਬਹੁਤ ਮੂਰਖ ਬਣਾਇਆ, ਤੁਸੀਂ ਆਪ ਜਾਣਦੇ ਹੋ। ਇੱਕ ਵੀ ਪਾਏਦਾਰ ਪਾਲਿਸੀ ਕੱਲ੍ਹ ਚੰਨੀ ਸਾਹਿਬ ਨਹੀਂ ਦੇ ਕੇ ਗਏ। ਇਹ ਇਸ਼ੂ ਵੀ ਬਹੁਤ ਵੱਡਾ ਇਸ਼ੂ ਹੈ, ਕਿਉਂਕਿ ਤੁਹਾਡੀ CLU ਐਡੀ ਮਹਿੰਗੀ ਹੈ ਕਿ ਜਿਹੜੀ ਇੰਡਸਟਰੀ ਲਾਣੀ ਹੈ ਜਾਂ ਜਿਹਨੇ ਕਲੋਨੀ ਬਣਾਉਣੀ ਹੈ, ਉਹਦਾ ਜ਼ਮੀਨ ਦਾ ਮੁੱਲ ਇੰਨਾ ਨਹੀਂ ਹੈ ਜਿੰਨਾ ਮੁੱਲ CLU ਦਾ ਹੈ। ਮਤਲਬ ਕਿ ਨਾ ਤਾਂ ਇੱਥੇ ਇੰਡਸਟਰੀ ਲੱਗ ਸਕਦੀ ਹੈ ਜਦ ਤੱਕ ਪੀਪਲਸ ਫਰੈਂਡਲੀ CLU ਚਾਰਜਸ ਤੇ CLU ਸਿਸਟਮ ਨਹੀਂ ਹੋਊਗਾ। ਪੀਪਲਸ ਫਰੈਂਡਲੀ ਨਹੀਂ ਹੋਊਗਾ, ਤੁਹਾਡੀਆਂ ਕਲੋਨੀਜ਼ ਵੀ ਨਹੀਂ ਕੱਟੀਆਂ ਜਾਣੀਆਂ। ਅਵੈਧ ਕਲੋਨੀਜ਼ ਆਉਣ ਦੀ ਵਜ੍ਹਾ ਇੱਕ ਹੋਰ ਹੈ। ਮੈਂ ਜ਼ਿਮੀਂਦਾਰ ਭਰਾਵਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਤੁਹਾਡੇ ਜ਼ਮੀਨਾਂ ਦੇ ਭਾਅ ਟੁੱਟੇ ਕਿਉਂ ਹੈ। ਇਹ ਸਰਕਾਰ ਦੀ ਜਿਹੜੀ ਨੀਤੀ ਹੈ CLU ਦੀ, ਸਖਤ ਨੀਤੀ ਤੇ ਬੜੀ ਮਹਿੰਗੀ ਨੀਤੀ, ਇਹ ਨੀਤੀ ਕਰਕੇ ਹੀ ਪੰਜਾਬ ਦੇ ਵਿੱਚ ਜਿਹੜੀ ਟੋਟਲ ਲੈਂਡ ਦੀ ਬਿਜ਼ਨਸ ਹੈ ਉਹ ਸਟੈਂਡ ਸਟਿਲ ਤੇ ਆਈ ਹੋਈ ਹੈ। ਸਾਡੇ ਸਮੇਂ ਅਸੀਂ ਸਦਾ ਮਿਲ ਕੇ, ਸਾਡੇ ਮੁੱਖ ਮੰਤਰੀ ਜੀ ਨਿਰੰਤਰ ਮੀਟਿੰਗਾਂ ਕਰਕੇ ਲੋਕ ਪੱਖੀ ਫੈਸਲੇ ਲੈਂਦੇ ਸੀ। ਅੱਜ ਲੋਕ ਮਿਲ ਨਹੀਂ ਸਕਦੇ ਤੇ ਜਿਹੜਾ ਚੰਨੀ ਜੀ ਮਿਲਣ ਦਾ ਪਖੰਡ ਕਰਦੇ ਆ, ਇਹ ਲੋਕ ਸਮਝ ਜਾਣਗੇ, ਕਿਉਂਕਿ 2 ਮਹੀਨਿਆਂ 'ਚ ਕੋਈ ਵਾਅਦੇ ਹੀ ਹੋਣੇ ਹੈ, ਕੋਈ ਗ੍ਰਾਸ ਰੂਟ ਤੇ ਇੰਪਲੀਮੈਂਟ ਨਹੀਂ ਹੋਣੀ ਪਾਲਿਸੀ। ਸਰ ਗਰੇਵਾਲ ਸਾਹਿਬ, ਇਨਵੈਸਟਮੈਂਟ ਜਿਹੜਾ ਪੰਜਾਬ ਹੋਇਆ ਸਮੇਂ ਤੇ ਗੱਲ ਸਮਝੋਗੇ ਕਾਮਯਾਬ ਹੈ ਜਾਂ ਕੱਲ ਸਮਿਟ ਹੀ ਨਹੀਂ ਹੋਈ ਕੋਈ। 15 ਮਿੰਟ 'ਚ 10 ਜਿਹੜੇ ਪਿਕਡ ਅਪ ਇੰਡਸਟਰੀਅਲਿਸਟ ਸੀ ਜਾਂ ਬੁਲਾਏ, ਉਹ ਵੀ ਵਿਚਾਰੇ ਕੁਝ ਕਹਿ ਨਹੀਂ ਸਕੇ। ਦੇਖੋ, ਪਹਿਲਾਂ ਤਾਂ ਤੁਸੀਂ ਸੀਰੀਅਸਨੈਸ ਦੇਖ ਲਓ ਲੁਧਿਆਣੇ ਦੇ ਵਜ਼ੀਰ ਦੀ। ਲੁਧਿਆਣੇ ਇਨਵੈਸਟ ਪੰਜਾਬ ਹੋ ਰਿਹਾ ਤੇ ਉਹ ਮੈਂ ਗੈਰ ਹਾਜ਼ਰ ਹੈ। ਚਲੋ ਕੋਈ ਵੀ ਹੋਵੇ, ਸਟੇਟ ਇੰਪੋਰਟੈਂਟ ਹੁੰਦੀ ਹੈ, ਸਟੇਟ ਇੰਪੋਰਟੈਂਟ ਹੁੰਦੀ ਹੈ ਨਾ। ਲੋਕਲ MP ਉੱਥੇ ਸੀਗਾ। ਤੁਸੀਂ ਇਸ ਗੱਲ ਤੋਂ ਹੀ ਅੰਦਾਜ਼ਾ ਲਾ ਲਓ ਕਿ ਉਹਨਾਂ ਨੂੰ ਪਤਾ ਹੈ ਕਿ ਉੱਥੇ ਜ਼ਿਆਦਾ ਫੂਕੀ ਬੰਬ ਚਲਾਉਣੇ ਆ, ਜਦ ਲੋਕਾਂ ਨੇ ਬਾਅਦ 'ਚ ਪੁੱਛਣਾ ਕਿ ਬਣਿਆ ਕੀ ਤੇ ਦੱਸਣਗੇ ਕੀ। ਇਸ ਕਰਕੇ ਉਹਨਾਂ ਨੇ, ਜਦ ਤੁਸੀਂ ਸਵਾਲ ਕਰ ਲਓ ਇਨਵੈਸਟਮੈਂਟ ਤੇ, ਉਹਨੇ ਕਹਿਣਾ ਅਸੀਂ ਗਏ ਨਹੀਂ ਗਏ। ਦੇਖੋ, ਇਹ ਜਿਹੜਾ ਧੋਖਾ ਕਰ ਰਹੇ ਨੇ ਨਾ, ਜਿਹੜੇ ਸਟੇਟ ਵਿੱਚ ਲਾਅ ਐਂਡ ਆਰਡਰ ਕੋਲੈਪਸ ਕਰ ਚੁੱਕਾ ਹੋਵੇ, ਇੰਟਰਨਲ ਸਿਕਿਉਰਿਟੀ ਹਾਈ ਰਿਸਕ ਤੇ ਹੋਵੇ, ਜਿਹਦੇ ਪਾਵਰ ਕੱਟ ਲੱਗਦੇ ਹੋਣ, ਜਿਹਦੇ 'ਚ ਕਰਪਸ਼ਨ ਦਾ ਬੋਲਬਾਲਾ ਹੋਵੇ, ਜਿਹਦੇ ਕਾਨੂੰਨਾਂ ਦੀ ਕੋਈ ਚੀਜ਼ ਨਾ ਹੋਵੇ, ਜਿਹਦੇ ਲੋਕਾਂ ਦੀਆਂ ਗੱਲਾਂ ਨਾ ਸੁਣੀਆਂ ਜਾਂਦੀਆਂ, ਹੁਣ ਉੱਥੇ ਇਨਵੈਸਟ ਕੌਣ ਕਰ ਲੂਗਾ। ਤੁਸੀਂ ਤਾਂ ਹੁਣ ਇੰਨਾ ਸ਼ੁਕਰ ਕਰੋ, ਇਹ ਮਿਹਨਤ ਕਰੋ ਕਿ ਜਿਹੜੇ ਹੈਗੇ ਪਲੀਜ਼ ਤੁਸੀਂ ਨਾ ਭੱਜੋ। ਜਿਵੇਂ ਮਹਿੰਗੀ ਬਿਜਲੀ ਕੀਤੀ ਹੋਈ ਹੈ ਤੇ ਪਾਵਰ ਕੱਟ ਲੱਗ ਰਹੇ ਨੇ, ਰੋਡ ਇਨਫਰਾਸਟ੍ਰਕਚਰ ਕੋਲੈਪਸ ਕਰ ਚੁੱਕਾ, ਇੰਡਸਟਰੀਅਲ ਏਰੀਆ ਜਾਓ ਕਿਤੇ ਜਾਓ। ਇਹ ਤਾਂ ਹੁਣ ਆਸ਼ੂ ਦਬਾ ਲੱਗਿਆ ਹੋਇਆ, ਉਹ ਜਿਵੇਂ ਮੁਰਦੇ ਦੇ ਮੂੰਹ 'ਚ ਕਿਉਂ ਪਾਈਦਾ ਕਿ ਹੁਣ ਸੰਸਕਾਰ ਕਰਨਾ, ਸਰਕਾਰ ਦਾ ਸੰਸਕਾਰ ਹੋਣ ਵਾਲਾ, ਤੇ ਇਹ ਹੁਣ ਸੜਕਾਂ ਵਿਚਾਰੇ ਲੋਕ ਨਹੀਂ ਸਮਝਦੇ। ਅੱਧੀਆਂ ਸੜਕਾਂ ਮੀਂਹ ਤੋਂ ਬਾਅਦ ਟੁੱਟ ਗਈਆਂ ਨੇ, ਅੱਧੀਆਂ ਸੜਕਾਂ। ਕੁਆਲਿਟੀ ਨਾਲ ਕੰਪਰੋਮਾਈਜ਼ ਕੀਤਾ, ਕਰਪਸ਼ਨ ਨੇ ਟੇਕ ਓਵਰ ਕੀਤਾ, ਇਹ ਸਿਸਟਮ ਸਾਰਾ ਖਤਮ ਹੋ ਚੁੱਕਾ। ਗਰੇਵਾਲ ਸਾਹਿਬ ਲਗਾਤਾਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੈ ਦਾਅਵੇ ਕਰ ਰਹੇ ਨੇ ਕਿ ਅਸੀਂ ਕਿਸਾਨਾਂ ਦਾ ਮਸਲਾ ਹੱਲ ਕਰਾ ਦੇਵਾਂਗੇ। ਉਹ ਕਹਿ ਰਹੇ ਕਿ ਅਸੀਂ 25 ਕਿਸਾਨਾਂ ਦਾ ਇੱਕ ਵਫਦ ਲੈ ਕੇ ਜਾਵਾਂਗੇ ਜੋ ਕਿ ਕੇਂਦਰ ਨਾਲ ਗੱਲਬਾਤ ਕਰੂਗਾ। ਕੀ ਲੱਗਦਾ ਹੈ ਕਿ ਕਿਸਾਨ ਜਿਹੜੇ ਹੈ ਉਹ ਕੈਪਟਨ ਨੂੰ ਜਾਂ ਭਾਜਪਾ ਨੂੰ ਸਵੀਕਾਰਨਗੇ? ਦੇਖੋ, ਮੈਂ ਇੱਕ ਗੱਲ ਬੜੀ ਤੁਹਾਨੂੰ ਸਪਸ਼ਟ ਕਰਨੀ ਚਾਹੁੰਦਾ, ਬਹੁਤ ਵੱਡੀ ਬਦਕਿਸਮਤੀ ਹੈ ਕਿ ਇਹ ਕਾਨੂੰਨ ਬਣਾਉਣ ਵੇਲੇ ਕੈਪਟਨ ਸਾਹਿਬ ਤੇ ਮੱਧ ਪ੍ਰਦੇਸ਼ ਦਾ ਕਮਲ ਦੇ ਇਹ ਮੈਂਬਰ ਸੀ, ਉਹਦੇ ਇਹਨਾਂ ਨੇ ਹਵਾ ਨਹੀਂ ਨਿਕਲਣ ਦਿੱਤੀ। ਕਾਨੂੰਨ ਬਣ ਗਏ, ਜਦ ਕਾਨੂੰਨ ਬਣ ਗਏ ਜ਼ਿਮੀਂਦਾਰਾਂ ਨੇ ਰੌਲਾ ਪਾਇਆ ਤੇ ਇਹਨਾਂ ਨੇ ਕਿਹਾ ਅਕਾਲੀਆਂ ਨੇ ਬਣਵਾਤੇ। ਹੁਣ ਸਿੱਧੂ ਨੇ ਆਪਣਾ ਟਵੀਟ ਕਰਕੇ ਸਪਸ਼ਟ ਕਰਤਾ ਕਿ ਇਹ ਕਾਨੂੰਨ ਕੈਪਟਨ ਨੇ ਬਣਵਾਏ। ਫਿਰ ਕੈਪਟਨ ਸਾਹਿਬ ਨੇ ਸਪੈਸ਼ਲ ਬਣਾ ਕੇ ਮਤਾ ਪਾਤਾ, ਕਾਨੂੰਨ ਰੱਦ ਕਰਦੇ ਆ, ਨਾਲ ਅਮੈਂਡ ਕਰਤੇ, ਮਤਲਬ ਮੋਹਰ ਲਾਤੀ, ਸਿੱਕੇ ਬੰਦ ਕਰਤੇ ਕਿ ਕਾਨੂੰਨ ਮੰਨਦੇ ਆ ਤਾਂ ਅਮੈਂਡਮੈਂਟ ਕੀਤੀ ਨਾ ਜੇ ਮੰਨਦੇ ਆ। ਹੁਣ ਚੰਨੀ ਜੀ ਨੇ ਉਦੋਂ ਉੱਪਰ ਮੋਹਰ ਲਾਤੀ, ਕਹਿੰਦੇ ਹੁਣ ਸੈਸ਼ਨ ਬਣਾ ਕੇ ਕਾਨੂੰਨ ਅਮੈਂਡ ਕਰਾਂਗੇ ਤੇ ਕਾਨੂੰਨ ਰੱਦ ਕਰਾਂਗੇ, ਤੇ ਜਿਹੜੀਆਂ ਅਮੈਂਡਮੈਂਟ ਕੈਪਟਨ ਸਾਹਿਬ ਨੇ ਕੀਤੀਆਂ ਉਹ ਵੀ ਰੱਦ ਕਰਾਂਗੇ, ਤੇ ਜਿਹੜਾ ਅਸੀਂ 2017 'ਚ ਪਾਸ ਕੀਤਾ ਉਹ ਵੀ ਰੱਦ ਕਰਾਂਗੇ। ਸੋ ਮੰਨ ਗਏ ਨਾ ਗੱਲਾਂ ਕਿ ਜਿੰਨੇ ਕਿਸਾਨ ਵਿਰੋਧੀ ਫੈਸਲੇ ਕਾਂਗਰਸ ਸਰਕਾਰ ਨੇ ਕੀਤੇ ਆ ਉਹ ਹੁਣ ਕਾਂਗਰਸ ਆਪ ਹੀ ਮੰਨ ਗਈ। ਹੁਣ ਆ ਗਈ ਗੱਲ ਤੁਹਾਡੇ ਸਵਾਲ ਦੀ। ਦੇਖੋ, ਇੱਕ ਗੱਲ ਸਪਸ਼ਟ ਹੈ ਕਿ ਕੈਪਟਨ ਸਾਹਿਬ ਦੇ ਕੁਝ ਕਿਸਾਨ ਲੀਡਰਾਂ ਨਾਲ ਚੰਗੇ ਮਿਲਵਰਤਨ ਹੈ ਤੇ ਇਹਦੇ 'ਚ ਪੋਸੀਬਿਲਟੀ ਰੂਲ ਆਊਟ ਨਹੀਂ ਕੀਤੀ ਜਾ ਸਕਦੀ।
ਮੈਂ ਤੁਹਾਨੂੰ ਜੋ ਐਜ਼ ਪੋਲੀਟੀਕਲ ਮੈਨ ਕਹਿ ਸਕਦਾ, ਐਜ਼ ਪਾਰਟੀ ਦਾ ਰਿਪਰੈਜ਼ੈਂਟੇਟਿਵ ਕਹਿ ਸਕਦਾ, ਕਿਉਂਕਿ ਉਹਨਾਂ ਦੇ ਚੰਗੇ ਸੰਬੰਧ ਆ। ਤੁਸੀਂ ਦੇਖੋ ਜਦ ਕੈਪਟਨ ਸਾਹਿਬ ਨੇ ਕਿਹਾ ਕਿ ਉਹਨਾਂ ਦੀ ਦਿੱਲੀ ਗੱਲ ਚੱਲ ਰਹੀ ਹੈ, ਉਹ ਰਿਐਕਟ ਨਹੀਂ ਕੋਈ ਕੀਤਾ, ਕੋਈ ਵੀ ਸੰਯੁਕਤ ਮੋਰਚੇ ਵੱਲੋਂ ਉਸ ਸਟੇਟਮੈਂਟ ਨੂੰ ਰਿਐਕਟ ਨਹੀਂ ਕੀਤਾ, ਬੀਜੇਪੀ ਵੱਲੋਂ ਵੀ ਨਹੀਂ ਕੀਤਾ ਨਾ ਬੀਜੇਪੀ ਵੱਲੋਂ ਕੀਤਾ ਗਿਆ। ਸੋ ਇਹਦੇ 'ਚ ਇਹਨਾਂ ਤੋਂ ਇਸ਼ਾਰਾ ਇਹ ਮਿਲਦਾ ਕਿ ਸਮਥਿੰਗ ਇਜ਼ ਗੋਇੰਗ ਔਨ। ਕੀ ਚੱਲ ਰਿਹਾ ਉਹ ਨਹੀਂ ਸਾਨੂੰ ਪਤਾ। ਗਰੇਵਾਲ ਸਾਹਿਬ, ਜੇਕਰ ਕਿਸਾਨ ਪਾਰਟੀ ਆਪਣਾ ਕੈਪਟਨ ਸਾਹਿਬ ਪਾਰਟੀ ਬਣਾ ਕੇ ਕਿਸਾਨ ਜਿਹੜਾ ਮਸਲਾ ਹੱਲ ਕਰਵਾ ਦਿੰਦੇ ਨੇ ਜਾਂ ਕਾਨੂੰਨ ਰੱਦ ਕਰਵਾ ਦਿੰਦੇ ਆ, ਲੱਗਦਾ ਕਿ ਜਿਹੜੇ ਪਿੰਡਾਂ ਦੇ ਵਿੱਚ ਕਿਸਾਨ ਬਹੁਤ ਰਹਿੰਦੇ ਤਾਂ ਉਹਦਾ ਨੁਕਸਾਨ ਜਿਹੜਾ ਅਕਾਲੀ ਦਲ ਨੂੰ ਹੋਊਗਾ। ਦੇਖੋ, ਇੱਕ ਗੱਲ ਖਾਲੀ ਕਾਗਜ਼ ਤੇ ਲਿਖਾ ਲਓ, ਕੋਈ ਰੱਦ ਕਰਾਵੇ ਕੁਛ ਕਰਾਵੇ, ਉਹਨਾਂ ਨੂੰ ਪਤਾ ਲੱਗ ਗਿਆ ਕਿ ਬਣਾਉਣ ਵਾਲਾ ਕੌਣ ਸੀ ਤੇ ਰੱਦ ਕਰਾਉਣ ਵਾਲਾ ਕੌਣ ਸੀ। ਜਿਹਨੇ ਕੰਮ ਖਰਾਬ ਕੀਤਾ ਉਹਦੇ ਕੰਮ ਠੀਕ ਕੀਤਿਆਂ ਗੱਲ ਨਹੀਂ ਬਣਨੀ, ਨਾ ਉਹਦੇ ਨਾਲ ਵੋਟ ਮਿਲਣੀ ਹੈ। ਲੋਕ ਇਸ ਗੱਲ ਤੋਂ ਹੁਣ ਪੂਰੇ ਸੁਚੇਤ ਨੇ, ਸਮਝ ਗਏ ਨਾ ਗੱਲ। ਤੇ ਕਾਨੂੰਨ ਪੰਜਾਬ ਕਰਕੇ ਨਹੀਂ ਰੱਦ ਕਰਨੇ, ਜੇ ਉਹਨਾਂ ਨੂੰ ਲੱਗਿਆ ਨਾ ਯੂਪੀ ਛੱਡਦੇ ਫੇਰ ਹੋਣੇ ਆ, ਪੰਜਾਬ ਕਰਕੇ ਨਹੀਂ ਹੋਣੇ। ਸਿੱਧੂ ਸਾਹਿਬ ਜਿਹੜੇ ਰੋਜ਼ ਟਵੀਟ ਕਰਦੇ ਨੇ ਨਵਾਂ ਮੀਡੀਆ ਕੇ ਜਾਂਦੇ ਨੇ, ਉਹਨਾਂ ਦਾ ਕੈਪਟਨ ਸਾਹਿਬ ਨਾਲ ਪਿਆਰ ਆ, ਕੈਪਟਨ ਸਾਹਿਬ ਦਾ ਉਹਨਾਂ ਨਾਲ। ਕੈਪਟਨ ਸਾਹਿਬ ਕਹਿੰਦੇ ਮੈਂ ਹੋਰ ਸਾਰਾ ਜਿਵੇਂ ਕਹਿੰਦੇ ਸੀ ਨਾ ਕਿ ਨੰਬਰਦਾਰੀ ਦੀ ਵਾਰੀ ਕਦੋਂ ਆਊ, ਉਹ ਕਹਿੰਦੀ ਪੁੱਤ ਪਿੰਡ ਸਾਰਾ ਮਰ ਜੇ ਆਪਾਂ ਨੂੰ ਮਿਲਣੀ। ਕੈਪਟਨ ਸਾਹਿਬ ਕਹਿੰਦੇ ਆ ਕਿ ਕੋਈ ਜਿੱਤੇ ਕੋਈ ਹਾਰੇ, ਸਿੱਧੂ ਨੂੰ ਨਹੀਂ ਮੈਂ ਜਿੱਤਣ ਦਿੰਦਾ। ਤੇ ਸਿੱਧੂ ਕਹਿੰਦਾ ਕੈਪਟਨ ਨੇ ਜਿੰਨਾ ਪੰਜਾਬ ਦਾ ਪੱਠਾ ਬਿਠਾਦਾ ਇਹਨਾਂ ਕੋਈ ਬਿਠਾ ਨਹੀਂ ਸਕਦਾ। ਬਾਕੀ ਸਿੱਧੂ ਸਾਹਿਬ ਨੂੰ ਨਾ ਤਰਸ ਵੀ ਕਰਿਆ ਕਰੋ। ਸਿੱਧੂ ਸਾਹਿਬ ਨੇ ਭੋਰੇ 'ਚ ਬੈਠ ਕੇ ਤਪੱਸਿਆ ਬੜੀ ਕਰਨੀ ਹੁੰਦੀ ਆ ਧੂੜੇ ਧਾੜੇ ਨਾਲ। ਉਹ ਜਦ ਉੱਥੋਂ ਸ਼ਕਤੀ ਲੈਂਦੇ ਆ ਫੇਰ ਬਾਹਰ ਨਿਕਲਦੇ ਆ। 2.5 ਸਾਲ ਸਿੱਧੂ ਸਾਹਿਬ ਕਿੱਥੇ ਸੀਗੇ, ਨਿਕਲੇ ਕਿਤੇ। 2.5 ਸਾਲ ਸਿੱਧੂ ਸਾਹਿਬ ਲੈ ਲੈਂਦੇ ਪਾਵਰ ਮਿਨਿਸਟਰੀ, ਉਸ ਟਾਈਮ ਕਰ ਦਿੰਦੇ ਰੱਦ। ਦੂਜੇ ਤੇ ਜਿਹੜੇ ਤੀਰ ਛੱਡਣ ਲੱਗੇ ਆ ਕਰ ਦਿੰਦੇ ਰੱਦ। ਸਰ ਕਿੰਨੀ ਸੀਟਾਂ ਸਮਝਦੇ ਹੋ ਆਏਗੀ ਕਾਂਗਰਸ ਨੂੰ ਇਸ ਆਹ ਵਾਲੇ? ਤੁਸੀਂ ਇਲੈਕਸ਼ਨ ਮੋਡ ਚੱਲਣ ਦਿਓ। ਜੇ ਕਾਂਗਰਸ ਨੂੰ ਨਜ਼ਰ ਆ ਗਈ ਪੰਜਾਬ 'ਚ, ਇਹ ਤਾਂ ਐਜੀਟੇਸ਼ਨ ਦੇ ਨੀਚੇ ਲੁਕੇ ਫਿਰਦੇ ਆ। ਇਹ ਜਿੰਨੇ ਕਾਲੇ ਝੰਡੇ ਲੈ ਤੋਰੇ ਫਿਰਦੇ ਆ, ਉਹ ਤੁਹਾਨੂੰ ਵੀ ਪਤਾ ਲੱਗ ਜਾਣਾ ਕੌਣ ਕਿਹਦੇ ਪ੍ਰੋਂਪਟਡ ਆ ਉਹ। ਇੱਕ ਮੁੱਦਾ ਹੋਰ ਹੈ। ਦੇਖੋ ਜਦੋਂ ਸਾਡੀ ਸਰਕਾਰ ਸੀਗੀ, ਜਿੰਨੀਆਂ ਅਨਆਥੋਰਾਈਜ਼ਡ ਕਲੋਨੀਆਂ ਸੀਗੀਆਂ ਉਹਦੇ ਵਿੱਚ 4.5 ਲੱਖ ਪਲਾਟ ਹੋਲਡਰ ਸੀ, ਜਿਨ੍ਹਾਂ ਨੂੰ ਅਸੀਂ ਗਲਾਡਾ ਦੇ ਵਿੱਚ ਫੀਸ ਜਮ੍ਹਾਂ ਕਰਾ ਕੇ ਐਨਓਸੀ ਦਿੱਤੀ। ਕਾਂਗਰਸ ਦੀ ਸਰਕਾਰ ਆਈ, ਇਹਨਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਵੀ ਜਿੰਨੀਆਂ ਕਲੋਨੀਆਂ ਅਸੀਂ ਰੈਗੂਲਰ ਕਰਾਂਗੇ ਤੇ ਅਸੀਂ ਐਨਓਸੀਆਂ ਨੂੰ ਆਸਾਨ ਕਰਾਂਗੇ। ਹੁਣ ਅੱਜ ਕੀ ਹੋ ਰਿਹਾ ਵੀ ਲੋਕਾਂ ਤੋਂ ਐਨਓਸੀਆਂ ਦੇ ਪੈਸੇ ਜਮ੍ਹਾਂ ਕਰਾਏ ਜਾ ਰਹੇ ਨੇ। ਅਸੀਂ ਕੀ ਸੀ, ਜਦੋਂ ਪੈਸੇ ਜਮ੍ਹਾਂ ਕਰਾਉਂਦੇ ਸੀ ਅਸੀਂ ਉਸ ਰਸੀਦ ਨੂੰ ਐਨਓਸੀ ਮੰਨਦੇ ਸੀ, ਪਰ ਇਹ ਕਹਿੰਦੇ ਪੈਸੇ ਜਮ੍ਹਾਂ ਕਰਾ ਦਿਓ, ਇਹ ਐਨਓਸੀ ਨਹੀਂ ਹੈ। ਅੱਜ ਉਹਨਾਂ ਦੀਆਂ ਰਜਿਸਟਰੀਆਂ ਵੀ ਰੋਕਤੀਆਂ, ਨਾਲ ਉਹਨਾਂ ਦੇ ਮੀਟਰ ਵੀ ਰੋਕਤੇ। ਹੁਣ ਇੱਕ ਪਲਾਟ ਹੋਲਡਰ ਹੈ, ਜੇ ਪਲਾਟ ਹੋਲਡਰ ਤੋਂ ਤੁਸੀਂ ਪੈਸੇ ਲੈ ਰਹੇ ਹੋ, ਉਹ ਕਿਸ ਚੀਜ਼ ਦੇ ਪੈਸੇ ਲੈ ਰਹੇ ਹੋ? ਜੇ ਤੁਸੀਂ ਮੀਟਰ ਨਹੀਂ ਲਵਾ ਕੇ ਦੇਣਾ, ਜੇ ਤੁਸੀਂ ਉਹਨੂੰ ਰਜਿਸਟਰੀ ਨਹੀਂ ਕਰਨੀ, ਫਿਰ ਤੁਸੀਂ ਪੈਸੇ ਕਿਸ ਚੀਜ਼ ਦੇ ਲੈ ਰਹੇ ਹੋ? ਤੇ ਉਲਟਾ ਉਹਨੂੰ ਕਹਿੰਦੇ ਤੂੰ ਐਫੀਡੇਵਿਟ ਦੇ ਦੇ, ਜਿਹ 'ਚ ਅਸੀਂ ਦੇਖਾਂਗੇ ਐਨਓਸੀ ਦੇਣੀ ਹੈ ਜਾਂ ਨਹੀਂ ਦੇਣੀ। ਔਰ ਐਫੀਡੇਵਿਟ ਵੀ ਲੈ ਰਹੇ ਆ ਤੇ ਪੈਸੇ ਵੀ ਲੈ ਰਹੇ ਆ। ਰਜਿਸਟਰੀਆਂ ਤੇ ਵੀ ਰੋਕ ਲਾਤੀ, ਬਿਜਲੀ ਦੇ ਮੀਟਰਾਂ ਤੇ ਵੀ ਰੋਕ ਲਾਤੀ। ਔਰ ਉਹ ਉਲਟੀ ਗੱਲ ਕਰਦੇ ਆ ਵੀ ਤੁਸੀਂ ਜਿੰਨਾ ਬਿਜਲੀ ਦਾ ਖਰਚਾ ਕਲੋਨੀ ਦਾ ਤੁਸੀਂ ਜਮ੍ਹਾਂ ਕਰਾਓ। ਹੁਣ ਜੇ ਕਿਸੇ ਦਾ 200 ਗਜ ਜਾਂ 100 ਗਜ ਜਾਂ 50 ਗਜ ਦਾ ਪਲਾਟ ਹੈ, ਉਹ ਸਾਰੀ ਕਲੋਨੀ ਦਾ ਖਰਚਾ ਕਿਵੇਂ ਜਮ੍ਹਾਂ ਕਰਾ ਸਕਦਾ? ਇਸ ਕਰਕੇ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜਿਹੜਾ ਸਾਰਿਆਂ ਨਾਲੋਂ ਵੱਡਾ ਲੋਕਾਂ ਦੇ ਨਾਲ ਧੱਕਾ ਕੀਤਾ ਇਸ ਸਰਕਾਰ ਨੇ, ਉਹ ਇਹ ਧੱਕਾ ਕਿ ਲੋਕ ਆਪਣੇ ਮਕਾਨ ਬਣਾਉਣ ਤੋਂ ਵਾਂਝੇ ਬੈਠੇ ਆ। ਗਰੀਬ ਆਦਮੀ ਦੀ ਉਨੀ ਕੁ ਪੂੰਜੀ ਹੁੰਦੀ ਹੈ, ਬੈਂਕ ਤੋਂ ਲੋਨ ਲੈ ਕੇ ਉਹਨੇ ਪਲਾਟ ਲਿਆ ਹੁੰਦਾ, ਅੱਜ ਉਹਨਾਂ ਦੇ ਮੀਟਰ ਨਹੀਂ ਲੱਗ ਰਹੇ, ਉਹਨਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ। ਲੋਕਾਂ ਨੂੰ ਜਿਹੜੇ ਕਲੋਨਾਈਜ਼ਰਾਂ ਨੂੰ ਪੈਸੇ ਦੇਈ ਬੈਠੇ ਨੇ, ਕੱਲ ਉਹਨਾਂ ਕੋਲੇ ਪਾਵਰ ਅਟਾਰਨੀਆਂ, ਕੱਲ ਨੂੰ ਕਿਸੇ ਦੀ ਡੈਥ ਹੋ ਗਈ, ਅਟਾਰਨੀ ਖਤਮ ਹੋ ਗਈ, ਫਿਰ ਲੋਕ ਕੋਰਟ ਕਚਹਿਰੀ ਦੇ ਧੱਕੇ ਖਾਣਗੇ। ਸਰਕਾਰ ਨੂੰ ਇਹ ਜਲਦ ਤੋਂ ਜਲਦ ਖੋਲ੍ਹਣਾ ਚਾਹੀਦਾ ਤਾਂ ਕਿ ਲੋਕਾਂ ਦੇ ਨਾਲ ਇਹ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਅਸੀਂ ਇਹਨੂੰ ਈਜ਼ੀ ਕਰਾਂਗੇ, ਈਜ਼ੀ ਕਰਨ ਦੀ ਬਜਾਏ ਹੋਰ ਟਾਈਟ ਕਰਤਾ। ਮੈਂ ਇੱਕ ਮਿੰਟ, ਵਿਦਆਊਟ ਐਨਓਸੀ ਹਲੇ ਵੀ ਰਜਿਸਟਰੀਆਂ ਹੋ ਰਹੀਆਂ। ਮੈਂ ਦੱਸ ਰਿਹਾ, ਇਹੀ ਦੱਸਣ ਲੱਗਾ ਮੈਂ ਤੁਹਾਨੂੰ। ਆਲਰੇਡੀ ਵਿਦਆਊਟ ਐਨਓਸੀ ਸਬ ਰਜਿਸਟਰਾਰ 50-50 ਗਜ ਪਲਾਟ ਦਾ ਵੀ 50-50 ਹਜ਼ਾਰ ਲੈ ਕੇ ਚੰਨੀ ਟੈਕਸ ਲੈਂਦੇ ਆ। ਉਹ ਜਿਹੜਾ ਭ੍ਰਿਸ਼ਟਾਚਾਰ ਟੈਕਸ ਹੈ, ਚੰਨੀ ਟੈਕਸ ਹੈ। ਚੰਨੀ ਸਾਹਿਬ ਨੂੰ ਜੇ ਮੁੱਖ ਮੰਤਰੀ ਬਣ ਕੇ ਪਤਾ ਨਹੀਂ, ਮੈਂ ਦੱਸ ਦੇਣਾ ਚਾਹੁੰਦਾ। ਤੇ ਜਿਹੜਾ ਕਮਲ ਜੀ ਨੇ ਕਹੀ ਆ ਹੁਣ ਤੁਹਾਨੂੰ ਗੱਲ, ਇਹ ਇਸ ਲਈ ਨਹੀਂ ਦੇ ਰਹੇ ਐਨਓਸੀ, ਇਸ ਲਈ ਰਸੀਦ ਨੂੰ ਐਨਓਸੀ ਨਹੀਂ ਮੰਨਿਆ ਜਾ ਰਿਹਾ। ਹੁਣ ਚੰਨੀ ਟੈਕਸ 2 ਲਿਆ ਜਾਊਗਾ ਉੱਥੋਂ, ਉਹ ਉੱਥੇ ਦੇਣਗੇ ਪੈਸੇ ਗਲਾਡਾ ਵਾਲਿਆਂ ਨੂੰ, ਫਿਰ ਉੱਥੇ ਟੈਕਸ ਦੇ ਕੇ ਚੰਨੀ ਟੈਕਸ ਜਿਹੜਾ ਮੇਜ਼ ਦੇ ਨੀਚੇ ਦੀ ਹੁੰਦਾ, ਫਿਰ ਸਬ ਰਜਿਸਟਰਾਰ ਨੂੰ ਦੇਣਗੇ, ਫਿਰ ਰਜਿਸਟਰੀਆਂ ਹੋਣਗੀਆਂ। ਤਾਂ ਅੰਨੀ ਪਾਈ ਹੋਈ ਹੈ ਸਰਕਾਰ। ਕਹਿੰਦੀ ਹੈ ਪਹਿਲਾਂ ਤਾਂ 4.5 ਸਾਲ ਲੁੱਟਿਆ, ਹੁਣ ਨਵੇਂ ਜਿਹੜੇ ਆਏ ਆ ਇਹ ਕਹਿੰਦੇ ਹੁਣ ਥੋੜਾ ਟਾਈਮ ਰਹਿ ਗਿਆ, ਹੁਣ ਤਾਂ ਕਹੀ ਦੇ ਨਾਲ ਖਿੱਚਣ ਲੱਗੇ ਹੋਏ ਆ। ਸਰ ਸੀਐਲਯੂ ਕਦ ਦੀ ਬੰਦ ਪਈ ਹੈ? ਸੀਐਲਯੂ ਬੰਦ ਪਈ ਨੂੰ ਮੇਰਾ ਖਿਆਲ ਪੂਰੀ ਸਰਕਾਰ
ਨਹੀਂ ਸੀਐਲਯੂ ਬੰਦ ਨਹੀਂ ਹੈ, ਜਿਹੜੀਆਂ ਅਨਆਥੋਰਾਈਜ਼ਡ ਕਲੋਨੀਆਂ ਸੀਗੀਆਂ ਜਿਹਦੇ ਲਈ ਇਹਨਾਂ ਨੇ ਪਾਲਿਸੀ ਬਣਾਈ ਸੀ ਵੀ ਅਸੀਂ ਇੱਕ ਆਸਾਨ ਪਾਲਿਸੀ ਬਣਾਵਾਂਗੇ ਤਾਂ ਕਿ ਪਲਾਟ ਹੋਲਡਰਸ ਔਰ ਕਲੋਨਾਈਜ਼ਰ ਜਿਨ੍ਹਾਂ ਨੇ ਕਲੋਨੀਆਂ ਕੱਟੀਆਂ ਉਹਨਾਂ ਨੂੰ ਇਹਦਾ ਸਹੂਲਤ ਮਿਲ ਸਕੇ। ਉਹਦੇ ਉੱਤੇ ਜੋ ਇਹਨਾਂ ਨੇ ਚਾਰजेस ਲਾਏ ਸੀ ਉਹ ਚਾਰजेस ਲੈ ਰਹੇ ਨੇ, ਪਰ ਚਾਰजेस ਲੈਣ ਤੋਂ ਬਾਅਦ ਇਹ ਕੀ ਕਰ ਰਹੇ ਨੇ, ਉਹਦੀਆਂ ਰਜਿਸਟਰੀਆਂ ਬੰਦ ਕਰਤੀਆਂ। ਉਹ ਕਹਿੰਦੇ ਐਨਓਸੀ ਨਹੀਂ ਹੈ। ਸਾਡੀ ਸਰਕਾਰ 'ਚ ਕੀ ਸੀ, ਫੀਸ ਜਮ੍ਹਾਂ ਕਰਾਤੀ, ਉਹ ਐਨਓਸੀ ਹੈ। ਹੁਣ ਇਹ ਪੈਸੇ ਲੈ ਰਹੇ ਆ, ਉਹਨੂੰ ਐਨਓਸੀ ਨਹੀਂ ਮੰਨ ਰਹੇ ਤੇ ਉਹਨਾਂ ਦਾ ਬਿਜਲੀ ਦਾ ਮੀਟਰ ਨਹੀਂ ਲਾ ਰਹੇ, ਉਹਦੀਆਂ ਰਜਿਸਟਰੀਆਂ ਨਹੀਂ ਕਰਾ ਰਹੇ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 ਵਾਰ गोल्ड मेडलिस्ट। ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ। ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ। ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਦੀ ਗਾਰੰਟੀ, ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ 'ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।